ਜਾਹੇ। ਅੰਧ ਲਖੈ ਬਦਰੋ ਸੁਨੈ, ਜਉ ਕਾਲ ਕਿਰਪਾ ਕਰਾਏ। ਕਹਾ ਬੁੱਧ ਪ੍ਰਭ ਤੁਛ ਹਮਾਰੀ, ਭਰ ਨ ਸਕੈ ਮਹਿਮਾ ਜੋ ਤਿਹਾਰੀ। ਹਮ ਨ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਮੈਂ ਨਹੀਂ ਕਛ ਹਉ ਨਹੀਂ, ਕਛ ਆਹੇ ਨਾ ਮੁਰਾ। ਅਵਸਰ ਲੱਜਾ ਰਾਖ ਲਿਹੋ, ਸਧਨਾ ਜਨ ਤੁਰਾ। ਤੁਮਰੀ ਸਰਣ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੇ। ਰਾਖਹੁ ਰਾਖਨ ਹਾਰ ਦਇਆਲਾ, ਨਾਨਕ ਘਰ ਕੀ ਭੁਲੇ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਪਹਿਲਾ। ਹਉ ਵਿੱਚ ਆਇਆ ਹਉ ਵਿੱਚ ਗਿਆ, ਹਉ ਵਿੱਚ ਜੰਮਿਆ ਹਉ ਵਿੱਚ ਮੁਆ। ਹਉ ਵਿੱਚ ਆਇਆ ਹਉ ਵਿੱਚ ਗਿਆ। ਸਤਿਗੁਰਾਂ ਦੀ ਸਾਜੀ ਨਿਵਾਜੀ, ਗੁਰੂ ਖਾਲਸਾ ਸਾਧ ਸੰਗਤ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜਾ ਸਫਲਾ ਸਮਾਂ ਹੈ ਜੋ ਸਤਿਗੁਰਾਂ ਦੇ ਹਜ਼ੂਰ ਗੁਰੂ ਕੀ ਸਾਧ ਸੰਗਤ ਦਾ ਆਨੰਦ ਮਾਣ ਰਹੇ ਹਾਂ। ਮਹਾਰਾਜ ਸਾਹਿਬ ਜੀ ਨੇ ਕਿਰਪਾ ਕੀਤੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਅੰਮ੍ਰਿਤ ਵੇਲਾ ਬਖਸ਼ਿਆ। ਸੱਚੇ ਪਾਤਸ਼ਾਹ ਜੀ ਨੇ ਪ੍ਰਕਾਸ਼ਮਾਨ ਹੋ ਕੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦਿਦਾਰੇ ਬਖਸ਼ੇ ਹਨ। ਗੁਰਮੁਖ ਜਨਾਂ ਨੇ ਬੜੇ ਪ੍ਰੇਮ ਸਤਿਕਾਰ ਦੇ ਨਾਲ ਗੁਰਬਾਣੀ ਦੇ ਯਾਦ ਕੀਤੇ ਹਨ। ਆਪ ਸੰਗਤ ਨੇ ਭਾਵ ਭਾਵਨੀ ਦੇ ਨਾਲ ਗੁਰਬਾਣੀ ਸਰਵਣ ਕੀਤੀ ਹੈ। ਬੜੀ ਕਿਰਪਾ ਮਿਹਰਾਮਤ ਹੈ। ਇਹ ਤੇ ਸਮਾਂ ਹੀ ਵਡਭਾਗੀ ਹੈ। ਕਿਸੇ ਭਾਗਾਂ ਵਾਲੇ ਨੂੰ ਨਸੀਬ ਹੁੰਦੀ ਹੈ ਗੁਰੂ ਕੀ ਸਾਧ ਸੰਗਤ, ਉਹ ਵੀ ਅੰਮ੍ਰਿਤ ਵੇਲੇ। ਇਸ ਕਰਕੇ ਬੜੇ ਵਡਭਾਗੀ ਹਾਂ। ਕਹਿਣ ਕਥਨ ਤੋਂ ਪਰੇ ਗੱਲ ਹੈ ਗੁਰੂ ਕੀ ਸਾਧ ਸੰਗਤ ਦੀ। ਕੋਈ ਵਡਿਆਈ ਕਰ ਹੀ ਨਹੀਂ ਸਕਦਾ, ਵਡਿਆਈ ਬੇਅੰਤ ਹੈ ਗੁਰੂ ਕੀ ਸੰਗਤ ਦੀ। ਆਓ ਮਨੋਬਿਰਤੀਆਂ ਨੂੰ ਇਕਾਗਰ ਕਰੀਏ, ਲੜੀਵਾਰ ਸ੍ਰੀ ਆਸਾ ਜੀ ਦੀ ਕਥਾ ਦੇ ਨਾਲ ਜੁੜੀਏ। ਜੋ ਸਤਿਗੁਰੂ ਜੀ ਪਾਵਨ ਉਪਦੇਸ਼ ਬਖਸ਼ਦੇ ਨੇ, ਪ੍ਰੇਮ ਸਤਿਕਾਰ ਦੇ ਨਾਲ ਸਰਵਣ ਕਰੀਏ, ਮਨੋਬਿਰਤੀਆਂ ਨੂੰ ਇਕਾਗਰ ਕਰੀਏ, ਸ਼ਬਦ ਸੁਰਤ ਦਾ ਮੇਲ ਕਰਦੇ ਹੋਏ ਪ੍ਰੇਮ ਸਤਿਕਾਰ ਵਿੱਚ ਆਖੀਏ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਪਹਿਲਾ। ਆਪ ਨਾਰਾਇਣ ਕਲਾ ਧਾਰ, ਜਗ ਮਹਿ ਪਰਵਰਿਓ। ਸੱਚੀ ਜੋਤ ਖੁਦ ਖੁਦਾ, ਧੰਨ ਗੁਰੂ ਨਾਨਕ ਦੇਵ ਨਿਰੰਕਾਰ ਪਰਮਾਤਮਾ ਜੀ। ਜਿਨ੍ਹਾਂ ਦੀ ਬਾਬਤ ਚੂੜਾਮਣ ਕਵੀ ਸੰਤੋਖ ਸਿੰਘ ਜੀ ਲਿਖਦੇ ਹਨ ਕਿ ਜੁਗਲ ਚਰਨ ਮਮ ਬੰਦਨਾ, ਧਰ ਪਰ ਧਰ ਕਰ ਮਾਥ। ਐਸੇ ਸਤਿਗੁਰਾਂ ਦੇ ਚਰਨਾਂ ਤੇ ਦੋਵਾਂ ਤੇ ਨਮਸਕਾਰ ਹੈ। ਧਰਤੀ ਤੇ ਮੱਥਾ ਧਰ ਕੇ ਨਮਸਕਾਰ ਹੈ ਐਸੇ ਸਤਿਗੁਰਾਂ ਦਾ, ਜਿਨ੍ਹਾਂ ਨੇ ਇੰਨੀ ਜ਼ਿਆਦੀ ਕਿਰਪਾ ਕਰ ਦਿੱਤੀ। ਸਾਨੂੰ ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ ਦੀ ਦਾਤ ਬਖਸ਼ ਦਿੱਤੀ। ਐਸਾ ਫਲਸਫਾ ਦੇ ਦਿੱਤਾ ਸਤਿਗੁਰਾਂ ਨੇ ਸਾਨੂੰ, ਐਸਾ ਉਪਦੇਸ਼ ਦੇ ਦਿੱਤਾ ਜਿਹਦੇ ਨਾਲ ਸਾਰੀਆਂ ਚਿੰਤਾਵਾਂ ਦੂਰ ਹੋ ਜਾਂਦੀਆਂ। ਜੀਵ ਕੋਈ ਵੀ ਸਤਿਗੁਰਾਂ ਅੱਗੇ ਬੇਨਤੀ ਕਰ ਦੇਵੇ, ਗੁਰਬਾਣੀ ਦਾ ਜਾਪ ਕਰ ਲਵੇ, ਹਰ ਹਾਂ ਦੁਖ ਰੋਗ ਸਭ ਪਾਪ ਤਨ ਤੇ ਖਿਸਰਿਆ।
ਜਿੰਨੇ ਵੀ ਦੁੱਖ ਰੋਗ ਪਾਪ ਨੇ ਸਾਰੇ ਖਿਸ ਜਾਂਦੇ ਨੇ। ਐਸੇ ਹਨ ਗੁਰੂ ਨਾਨਕ ਜਿਨ੍ਹਾਂ ਦੀ ਬਾਣੀ ਅਗਾਧ ਬੋਧ ਹੈ, ਜਿਹੜੇ ਆਪ ਬੜੇ ਅਗਾਧ ਬੋਧ ਨੇ, ਸਾਰੇ ਸੰਸਾਰ ਦੇ ਨਿਰੰਕਾਰ ਜੀ ਮਾਲਕ ਹਨ। 7ਵੀਂ ਪੌੜੀ ਦੇ ਅੰਦਰ ਸਤਿਗੁਰੂ ਜੀ ਆਸਾ ਜੀ ਕੀ ਵਾਰ ਦੇ ਅੰਦਰ ਉਪਦੇਸ਼ ਬਖਸ਼ਦੇ ਹਨ। ਹਉ ਵਿੱਚ ਆਇਆ ਹਉ ਵਿੱਚ ਗਿਆ। ਪਾਕਪਟਨਮ ਦੀ ਧਰਤੀ ਤੇ ਸੇਖ ਬ੍ਰਹਮ ਜੀ ਨੇ ਸਤਿਗੁਰਾਂ ਨੂੰ ਬੇਨਤੀ ਕੀਤੀ ਕਿ ਮਹਾਰਾਜ ਸਾਹਿਬ ਜੀ ਕਿਰਪਾ ਕਰਕੇ ਦੱਸੋ ਕਿ ਜੀਵ ਜੰਮਦਾ ਮਰਦਾ ਕਿਉਂ ਹੈ। ਕਿਉਂਕਿ ਆਪ ਜੀ ਨੇ ਕਿਹਾ ਹੈ ਮਰ ਮਰ ਜੰਮੈ, ਜੰਮ ਜੰਮ ਮਰੈ, ਮਰੈ ਫਿਰ ਜੰਮੈ। ਆਪ ਜੀ ਦਾ ਪਾਵਨ ਬਚਨ ਹੈ ਕਿ ਜੀਵ ਜੰਮ ਜੰਮ ਕੇ ਫਿਰ ਮਰਦਾ ਹੈ ਤੇ ਮਰ ਕੇ ਫਿਰ ਸੰਸਾਰ ਤੇ ਆਉਂਦਾ ਹੈ। ਆਪ ਜੀ ਕਿਰਪਾ ਕਰਕੇ ਦੱਸੋ ਇਹ ਪ੍ਰਕਿਰਿਆ ਜਿਹੜੀ ਹੁੰਦੀ ਕਿਵੇਂ। ਸਤਿਗੁਰੂ ਜੀ ਫਰਮਾਨ ਕਰਦੇ ਨੇ ਹਉ ਵਿੱਚ ਆਇਆ ਹਉ ਵਿੱਚ ਗਿਆ। ਕਿ ਗੁਰਸਿੱਖੋ ਜਿਹੜਾ ਜੀਵ ਹੈ ਇਹ ਹਉਮੈ ਦਾ ਬੰਦਾ ਹੈ। ਹਉਮੈ ਦੇ ਵਿੱਚ ਹੀ ਜੀਵ ਸੰਸਾਰ ਤੇ ਆਉਂਦਾ ਹੈ ਤੇ ਹਉਮੈ ਦੇ ਕਰਕੇ ਹੀ ਸੰਸਾਰ ਤੋਂ ਕੂਚ ਕਰ ਜਾਂਦਾ ਹੈ। ਹਉ ਵਿੱਚ ਜੰਮਿਆ ਹਉ ਵਿੱਚ ਮੁਆ। ਤੇ ਹਉਮੈ ਦੇ ਕਰਕੇ ਹੀ ਸੰਸਾਰ ਤੇ ਜਨਮ ਲੈਂਦਾ ਹੈ, ਜੰਮਦਾ ਹੈ, ਮਨੁੱਖਾ ਦੇਹੀ ਨੂੰ ਧਾਰਨ ਕਰਦਾ ਹੈ। ਹਉ ਵਿੱਚ ਮੁਆ ਫਿਰ ਜੰਮ ਕੇ ਹਉਮੈ ਵਾਲੇ ਕਰਮ ਕਰਦਾ ਹੈ, ਧਨ ਪਦਾਰਥਾਂ ਨੂੰ ਇਕੱਠਾ ਕਰਦਾ ਹੈ, ਸੰਸਾਰ ਦੀ ਉਤਪਤੀ ਦੇ ਵਿੱਚ ਹਿੱਸਾ ਪਾਉਂਦਾ ਹੈ, ਗ੍ਰਸਤੀ ਜੀਵਨ ਨੂੰ ਧਾਰਨ ਕਰਦਾ ਹੈ, ਧੀਆਂ ਪੁੱਤਰਾਂ ਦੇ ਉੱਤੇ ਮਾਣ ਕਰਦਾ ਹੈ ਕਿ ਮੇਰੇ ਹਨ। ਮਹਾਰਾਜ ਸਾਹਿਬ ਕਹਿੰਦੇ ਨੇ ਕਿ ਹਉ ਵਿੱਚ ਜੰਮਿਆ ਹਉ ਵਿੱਚ ਮੁਆ। ਹਉਮੈ ਦੇ ਵਿੱਚ ਹੀ ਜੰਮਿਆ ਤੇ ਹੰਕਾਰ ਕਰਦਾ ਕਰਦਾ ਹੀ ਮੁਆ ਕਹੀਏ ਕਿ ਸੰਸਾਰ ਨੂੰ ਕੂਚ ਕਰ ਗਿਆ। ਹਉ ਵਿੱਚ ਦਿੱਤਾ ਹਉ ਵਿੱਚ ਲਿਆ। ਤੇ ਹਉਮੈ ਦੇ ਕਰਕੇ ਹੀ ਕਿਸੇ ਨੂੰ ਦਿੰਦਾ ਹੈ ਜੀਵ। ਕੋਈ ਵੀ ਧਨ ਪਦਾਰਥ ਹੋਵੇ ਜਾਂ ਕੋਈ ਦਾਨ ਪੁੰਨ ਕਰਦਾ ਹੋਵੇ ਹਉਮੈ ਦੇ ਵਿੱਚ ਹੀ ਦਿੰਦਾ ਹੈ ਕਿ ਮੇਰੇ ਕੋਲ ਜ਼ਿਆਦਾ ਹੈ ਤੇ ਇਹਦੇ ਕੋਲ ਥੋੜ੍ਹਾ ਹੈ, ਇਹਨੂੰ ਮੈਂ ਦੇਵਾਂ। ਇਹਨੂੰ ਮਾਇਆ ਧਨ ਦੀ ਲੋੜ ਹੈ ਪਦਾਰਥਾਂ ਦੀ, ਇਹਨੂੰ ਮੈਂ ਕੋਈ ਪਦਾਰਥ ਦੇਵਾਂ। ਮਹਾਰਾਜ ਸਾਹਿਬ ਕਹਿੰਦੇ ਇਹ ਵੀ ਹਉ ਵਿੱਚ ਦਿੱਤਾ। ਹਉਮੈ ਦੇ ਵਿੱਚ ਹੀ ਜੀਵ ਸਾਰਾ ਕੁਝ ਦਿੰਦਾ ਹੈ। ਹਉ ਵਿੱਚ ਲਿਆ ਤੇ ਲੈਣ ਵਾਲਾ ਵੀ ਹਉਮੈ ਦੇ ਵਿੱਚ ਹੀ ਲੈਂਦਾ ਹੈ ਕਿ ਇਹਨੂੰ ਮੇਰੇ ਵਰਗਾ ਹੀ ਲੱਭਾ, ਇਹਨੂੰ ਮੈਂ ਹੀ ਕਿਉਂ ਲੱਭਾਂ, ਮੈਂ ਕੋਈ ਵਿਸ਼ੇਸ਼ ਹੋਵਾਂਗਾ ਤਾਂ ਹੀ ਕਿ ਮੈਨੂੰ ਦਾਨ ਪੁੰਨ ਦੇ ਰਿਹਾ ਹੈ। ਮਹਾਰਾਜ ਸਾਹਿਬ ਜੀ ਕਹਿੰਦੇ ਨੇ ਕਿ ਹਉ ਵਿੱਚ ਦਿੱਤਾ। ਹਉਮੈ ਦੇ ਵਿੱਚ ਹੀ ਜੀਵ ਜਿਹੜਾ ਦਾਨ ਪੁੰਨ ਕਰਦਾ ਹੈ ਤੇ ਹਉਮੈ ਦੇ ਵਿੱਚ ਹੀ ਜੀਵ ਪਦਾਰਥਾਂ ਲੈਂਦਾ ਹੈ, ਪਦਾਰਥਾਂ ਦੀ ਪ੍ਰਾਪਤੀ ਕਰਦਾ ਹੈ। ਹਉ ਵਿੱਚ ਖੱਟਿਆ ਹਉ ਵਿੱਚ ਗਿਆ। ਹੰਕਾਰ ਦੇ ਵਿੱਚ ਹਉਮੈ ਦੇ ਵਿੱਚ ਹੀ ਜੀਵ ਖੱਟੀ ਖੱਟਦਾ ਹੈ। ਕੋਈ ਵੀ ਖੱਟੀ ਹੋਵੇ, ਕਿਸੇ ਪਾਸਿਓਂ ਵੀ ਕੋਈ ਗੇਣ ਹੁੰਦਾ ਹੋਵੇ, ਕੋਈ ਵੀ ਲਾਭ ਪ੍ਰਾਪਤ ਹੁੰਦਾ ਹੋਵੇ, ਜੀਵ ਹਉਮੈ ਦੇ ਵਿੱਚ ਹੀ ਲੈਂਦਾ। ਹਉ ਵਿੱਚ ਗਿਆ ਫਿਰ ਜਦੋਂ ਹੰਕਾਰ ਦੇ ਵਿੱਚ ਆ ਕੇ ਹਉਮੈ ਦੇ ਵਿੱਚ ਆ ਕੇ ਖੱਟੀ ਖੱਟ ਲਈ, ਕੋਈ ਪ੍ਰਾਪਤੀ ਕਰ ਲਈ, ਹਉ ਵਿੱਚ ਗਿਆ। ਫਿਰ ਜਦੋਂ ਪ੍ਰਾਪਤੀ ਦਾ ਫਿਰ ਹੰਕਾਰ ਆ ਗਿਆ ਕਿ ਖੱਟੀ ਤੇ ਮੈਂ ਖੱਟੀ ਹੈ, ਹਉ ਵਿੱਚ ਗਿਆ। ਫਿਰ ਮਹਾਰਾਜ ਸਾਹਿਬ ਕਹਿੰਦੇ ਉਹ ਫਿਰ ਜਿਹੜੀ ਖੱਟੀ ਸਾਰੀ ਨਾਸ਼ ਹੋ ਜਾਂਦੀ ਹੈ, ਚਲੀ ਜਾਂਦੀ ਹੈ। ਹਉ ਵਿੱਚ ਸਚਿਆਰ ਕੂੜਿਆਰ। ਜਦੋਂ ਸਚਿਆਰ ਬਣਦਾ ਹੈ ਕਿ ਮੈਂ ਬੜਾ ਸੱਚਾ ਹਾਂ, ਕੰਮ ਵੀ ਸਚਿਆਰਾਂ ਵਾਲੇ ਕਰਦਾ ਹੈ, ਸਚਾਈ ਵਾਲੇ ਕੰਮ ਕਰਦਾ ਹੈ। ਸਤਿਗੁਰੂ ਜੀ ਕਹਿੰਦੇ ਨੇ ਉਹ ਵੀ ਹੰਕਾਰ ਦੇ ਵਿੱਚ ਹਉਮੈ ਦੇ ਵਿੱਚ ਹੀ ਕਰਦਾ ਹੈ। ਜੇ ਕਿਤੇ ਕੂੜਿਆਰ ਬਣ ਜਾਵੇ, ਝੂਠ ਬੋਲਣ ਲੱਗ ਪਵੇ, ਝੂਠੀ ਗਵਾਹੀ ਦੇ ਦੇਵੇ ਕਿਸੇ ਦੀ, ਉਹ ਵੀ ਮਹਾਰਾਜ ਸਾਹਿਬ ਕਹਿੰਦੇ ਹੰਕਾਰ ਦੇ ਵਿੱਚ ਹਉਮੈ ਦੇ ਵਿੱਚ ਹੀ ਕਰਦਾ ਹੈ। ਹਉ ਵਿੱਚ ਪਾਪ ਪੁੰਨ ਵਿਚਾਰ। ਹਉਮੈ ਦੇ ਵਿੱਚ ਆ ਕੇ ਹੀ ਪਾਪ ਤੇ ਪੁੰਨ ਦੀ ਵਿਚਾਰ ਕਰਦਾ ਹੈ। ਭਾਵ ਕਿ ਹੰਕਾਰ ਦੇ ਵਿੱਚ ਹਉਮੈ ਦੇ ਵਿੱਚ ਪਾਪ ਕਰਦਾ ਹੈ ਕਿ ਮੇਰੇ ਵਰਗਾ ਕੋਈ ਨਹੀਂ। ਜਦੋਂ ਇਹ ਚੀਜ਼ ਆ ਗਈ ਫਿਰ ਕਹਿੰਦੇ ਹਨ ਕਿ ਪਾਪ ਦੀ ਉਤਪਤੀ ਹੋ ਹੀ ਜਾਂਦੀ ਹੈ। ਪੁੰਨ ਕਰਦਾ ਹੈ ਕਿ ਮੈਂ ਦਾਨੀ ਬਣਾ, ਮੇਰੇ ਕੋਲ ਧਨ ਪਦਾਰਥ ਹੈ, ਮੈਂ ਪੁੰਨ ਕਰਾਂ। ਇਹ ਮਹਾਰਾਜ ਸਾਹਿਬ ਕਹਿੰਦੇ ਹਨ ਇਹਨਾਂ ਦੀ ਜਿਹੜੀ ਵਿਚਾਰ ਹੈ
ਇਹ ਵੀ ਹੰਕਾਰ ਹਉਮੈ ਦੇ ਵਿੱਚ ਹੀ ਹੈ। ਹਉ ਵਿੱਚ ਨਰਕ ਸੁਰਗ ਅਵਤਾਰ, ਹਉਮੈ ਦੇ ਵਿੱਚ ਹੀ ਨਰਕਾਂ ਨੂੰ ਜੀਵ ਜਾਂਦਾ ਹੈ। ਜੇ ਹਉਮੈ ਦੇ ਵਿੱਚ ਆ ਕੇ ਕੋਈ ਕਰਮ ਹੀ ਐਸਾ ਕਰ ਦੇਵੇ ਜਿਹਦੇ ਨਾਲ ਨਰਕਾਂ ਦੀ ਪ੍ਰਾਪਤੀ ਹੋ ਜਾਵੇ, ਕੋਈ ਮਾੜਾ ਕੰਮ ਕਰ ਦੇਵੇ ਹਉਮੈ ਦੇ ਵਿੱਚ ਆ ਕੇ, ਕਿਸੇ ਗਰੀਬ ਦੀ ਜ਼ਮੀਨ ਨੱਪ ਲਵੇ, ਕਿਸੇ ਗਰੀਬ ਦੇ ਨਾਲ ਧੱਕਾ ਕਰ ਦੇਵੇ, ਕਿਸੇ ਗਰੀਬ ਦੀ ਰੋਟੀ ਖੋਹ ਲਵੇ, ਬੱਚਿਆਂ ਨੂੰ ਭੁੱਖਿਆਂ ਨੂੰ ਮਾਰ ਦੇਵੇ, ਕੋਈ ਵੀ ਨੁਕਸਾਨ ਕਰੇ ਜਾਨੀ ਮਾਲੀ ਕਿਸੇ ਦਾ ਵੀ, ਉਹ ਹੰਕਾਰ ਦੇ ਵਿੱਚ ਜਿਹੜਾ ਜੀਵ ਕਰਦਾ ਹੈ ਫਿਰ ਉਸ ਨੂੰ ਨਰਕ ਦੀ ਪ੍ਰਾਪਤੀ ਹੁੰਦੀ ਹੈ। ਤੇ ਜਿਹੜੇ ਸੁਰਗ ਦੇ ਵਿੱਚ ਅਵਤਾਰ ਬਣ ਕੇ ਰਹਿੰਦਾ ਹੈ ਦੇਵ ਪਦਵੀ ਧਾਰਨ ਕਰਕੇ, ਮਹਾਰਾਜ ਸਾਹਿਬ ਕਹਿੰਦੇ ਉਹ ਵੀ ਹੰਕਾਰ ਹਉਮੈ ਦੇ ਵਿੱਚ ਹੀ ਹੈ। ਹਉ ਵਿੱਚ ਹੱਸੈ ਹਉ ਵਿੱਚ ਰੋਵੈ, ਹਉਮੈ ਦੇ ਵਿੱਚ ਹੀ ਜੀਵ ਹੱਸਦਾ ਹੈ। ਜੇ ਜੀਵ ਨੂੰ ਹਾਸਾ ਆਉਂਦਾ ਹੈ ਨਾ, ਉਹ ਵੀ ਹਉਮੈ ਦੇ ਵਿੱਚ ਹੀ ਆਉਂਦਾ ਹੈ। ਹਉ ਵਿੱਚ ਰੋਵੈ ਤੇ ਹੰਕਾਰ ਦੇ ਵਿੱਚ ਹੀ ਰੋਂਦਾ ਹੈ। ਜਿਵੇਂ ਕਿਸੇ ਦਾ ਕੋਈ ਧੀ ਪੁੱਤ ਚੜ੍ਹਾਈ ਕਰ ਜਾਵੇ, ਮਾਂ ਬਾਪ ਚੜ੍ਹਾਈ ਕਰ ਜਾਵੇ, ਜੀਵ ਹਉਮੈ ਦੇ ਵਿੱਚ ਹੀ ਰੋਂਦਾ ਹੈ ਕਿ ਮੇਰੇ ਸਨ, ਮੇਰੇ ਮੇਰੇ ਕਰਕੇ ਉਹਨਾਂ ਨੂੰ ਰੋਂਦਾ ਹੈ। ਮਹਾਰਾਜ ਸਾਹਿਬ ਕਹਿੰਦੇ ਹੱਸਦਾ ਵੀ ਉਹਨਾਂ ਨੂੰ ਹੈ ਕਿ ਮੇਰੇ ਹਨ, ਕਿ ਮੇਰਾ ਸੁੱਖ ਹੈ ਇਹ, ਉਹਨਾਂ ਦੇ ਵਿੱਚ ਆਪਦੇ ਸੁੱਖਾਂ ਦੇ ਵਿੱਚ ਹੀ ਹਉਮੈ ਕਰਕੇ ਹੱਸਦਾ ਹੈ। ਤੇ ਜੇ ਸੁੱਖੋ ਚਲੇ ਜਾਣ ਫਿਰ ਕਹਿੰਦੇ ਨੇ ਕਿ ਹਉਮੈ ਦੇ ਵਿੱਚ ਹੀ ਰੋਂਦਾ ਹੈ। ਹਉ ਵਿੱਚ ਭਰੀਐ ਹਉ ਵਿੱਚ ਧੋਵੈ, ਹਉਮੈ ਦੇ ਵਿੱਚ ਹੀ ਪਾਪ ਕਰ ਕਰਕੇ ਜਿਹੜੀ ਜੀਵਨ ਰੂਪ ਕੋਟਲੀ ਹੈ ਭਰ ਲੈਂਦਾ ਹੈ। ਸਾਰੀ ਜ਼ਿੰਦਗੀ ਪਾਪਾਂ ਦੇ ਨਾਲ ਭਰ ਲੈਂਦਾ ਹੈ ਤੇ ਫਿਰ ਆਪਣੇ ਆਪ ਹੀ ਹਉਮੈ ਦੇ ਵਿੱਚ ਕਹਿਣ ਲੱਗ ਪੈਂਦਾ ਹੈ ਕਿ ਤੀਰਥ ਨਹਾਲੇ ਤੇ ਹੁਣ ਪਵਿੱਤਰ ਹੋ ਗਿਆ, ਹੁਣ ਦਾਨ ਪੁੰਨ ਕਰ ਲਈਏ, ਮੈਂ ਤੀਰਥ ਨਹਾਲਿਆ, ਮੈਂ ਦਾਨ ਪੁੰਨ ਕਰ ਲਿਆ, ਮੈਂ ਹੁਣ ਪਵਿੱਤਰ ਹੋ ਗਿਆ। ਮਹਾਰਾਜ ਸਾਹਿਬ ਕਹਿੰਦੇ ਆਪੇ ਪਾਪ ਕਰਕੇ ਆਪੇ ਆਪਣਾ ਜੀਵਨ ਜਿਹੜਾ ਪਾਪਾਂ ਵਾਲਾ ਭਰ ਲਿਆ ਪਾਪਾਂ ਦੇ ਨਾਲ, ਤੇ ਆਪੇ ਹੁਣ ਕਹਿਣ ਲੱਗ ਪਿਆ ਕਿ ਮੈਂ ਤੀਰਥਾਂ ਤੇ ਇਸ਼ਨਾਨ ਕਰ ਲਿਆ, ਮੈਂ ਪਾਪ ਕਰ ਲਏ, ਪੁੰਨ ਕਰ ਲਏ ਹਨ, ਪਾਪਾਂ ਦੀ ਨਿਵਰਤੀ ਕਰ ਲਈ ਹੈ, ਹੁਣ ਮੈਂ ਪਵਿੱਤਰ ਹੋ ਗਿਆ। ਆਪੇ ਹੀ ਹਉਮੈ ਦੇ ਵਿੱਚ ਭਰ ਲਿਆ ਤੇ ਆਪੇ ਹੀ ਧੋ ਲੈਂਦਾ ਹੈ। ਹਉ ਵਿੱਚ ਜਾਤੀ ਜਿਨਸੀ ਖੋਵੈ, ਮਹਾਰਾਜ ਸਾਹਿਬ ਕਹਿੰਦੇ ਨੇ ਹਉਮੈ ਦੇ ਵਿੱਚ ਹੀ ਖੱਤਰੀ ਬ੍ਰਾਹਮਣ ਸੂਦ ਵੈਸ ਇਹ ਜਾਤਾਂ ਨੇ, ਆਦਿਕ ਹੋਰ ਵੀ ਕਿੰਨੀਆਂ, ਇਹ ਚਾਰ ਜਿਹੜੀਆਂ ਨੇ ਪ੍ਰਬਲ ਜਾਤਾਂ ਨੇ ਵੱਡੀਆਂ। ਜਿਨਸਾਂ ਕਹੀਏ ਕਿ ਘੋੜੇ ਹਾਥੀ ਅਨਾਜ ਆਦਿਕ, ਇਹਨਾਂ ਨੂੰ ਜਿਨਸਾਂ ਕਿਹਾ ਜਾਂਦਾ। ਹਉਮੈ ਦੇ ਵਿੱਚ ਇਹਨਾਂ ਦੀ ਪ੍ਰਾਪਤੀ ਹੁੰਦੀ ਹੈ ਜੀਵ ਨੂੰ, ਵੱਡੀ ਜਾਤ ਦੀ ਪ੍ਰਾਪਤੀ ਹੋ ਜਾਣੀ ਕਿ ਬ੍ਰਾਹਮਣ ਬਣ ਜਾਣਾ, ਜਿਨਸਾਂ ਆ ਜਾਣੀਆਂ। ਹੁਣ ਘਰੇ ਜਿਹਦੇ ਘੋੜੇ ਹੋਣ, ਕੋਈ ਅਮੀਰ ਜਾਣੀ ਘੋੜੇ ਰੱਖ ਸਕਦਾ ਹੈ, ਜਿਹਦੇ ਕੋਲ ਧਨ ਪਦਾਰਥ ਹੋਣ, ਕੋਈ ਡੰਗਰ ਵੱਛਾ ਰੱਖੇਗਾ, ਕੋਈ ਮਾਲ ਧਨ ਜੋੜੇਗਾ, ਇਹ ਜਿਨਸਾਂ ਦੀ ਵੱਡੀ ਪ੍ਰਾਪਤੀ ਹੈ। ਮਹਾਰਾਜ ਸਾਹਿਬ ਕਹਿੰਦੇ ਹਉਮੈ ਦੇ ਵਿੱਚ ਹੀ ਸਾਰਾ ਕੁਝ ਪ੍ਰਾਪਤ ਕਰਦਾ ਹੈ ਤੇ ਹਉਮੈ ਦੇ ਕਾਰਨ ਹੀ ਇਹ ਸਾਰਾ ਕੁਝ ਖੋ ਲੈਂਦਾ ਹੈ। ਹਉ ਵਿੱਚ ਮੂਰਖ ਹਉ ਵਿੱਚ ਸਿਆਣਾ, ਹਉਮੈ ਦੇ ਵਿੱਚ ਹੀ ਜੀਵ ਮੂਰਖ ਬਣਦਾ ਹੈ। ਜੇ ਕੋਈ ਕਵੇ ਕਿ ਮੈਂ ਮੂਰਖ ਹਾਂ, ਉਹ ਵੀ ਹਉਮੈ ਦੇ ਵਿੱਚ ਹੀ ਆਖ ਰਿਹਾ ਹੈ, ਅੰਦਰੋਂ ਨਹੀਂ ਕਹਿੰਦਾ। ਹਉ ਵਿੱਚ ਸਿਆਣਾ, ਤੇ ਹਉਮੈ ਦੇ ਕਾਰਨ ਹੀ ਕਹਿੰਦਾ ਹੈ ਕਿ ਮੈਂ ਬੜਾ ਜ਼ਿਆਦਾ ਸਿਆਣਾ ਹਾਂ। ਮੋਖ ਮੁਕਤ ਕੀ ਸਾਰ ਨਾ ਜਾਣਾ, ਜਿਹੜੀ ਸੰਸਾਰ ਤੋਂ ਤਰਨ ਦੀ ਮੁਕਤੀ ਸੀ, ਸੰਸਾਰ ਦੇ ਬੰਧਨਾਂ ਤੋਂ ਮੁਕਤ ਹੋਣਾ ਸੀ, ਸੰਸਾਰ ਦੇ ਬੰਧਨਾਂ ਤੋਂ ਖਹਿੜਾ ਛਡਾਉਣਾ ਸੀ, ਉਹ ਜਿਹੜੀ ਸ੍ਰੇਸ਼ਟ ਵਿਚਾਰ ਸੀ ਨਾ ਮੁਕਤੀ ਵਾਲੀ, ਕੇਵਲ ਮੁਕਤੀ ਸੀ ਜਿਹੜੀ। ਚਾਰ ਪ੍ਰਕਾਰ ਦੀਆਂ ਮੁਕਤੀਆਂ ਮੰਨੀਆਂ ਨੇ, ਸ਼ਲੋਕ ਸਮੀਪ ਸਜੁਜ ਕੇਵਲ। ਜਿਹੜੀ ਕੇਵਲ ਮੁਕਤੀ ਹੈ ਸਭ ਤੋਂ ਪਵਿੱਤਰ ਮੁਕਤੀ ਮੰਨੀ ਹੈ, ਸਭ ਤੋਂ ਵੱਡੀ ਮੁਕਤੀ ਹੈ। ਮਹਾਰਾਜ ਸਾਹਿਬ ਕਹਿੰਦੇ ਜੀਵ ਦੇ ਹਉਮੈ ਦੇ ਵਿੱਚ ਹੀ ਲੱਗਾ ਰਿਹਾ, ਹਉਮੈ ਦੇ ਵਿੱਚ ਜੰਮਿਆ, ਜੰਮ ਕੇ ਫਿਰ ਹਉਮੈ ਦੇ ਵਿੱਚ ਹੀ ਸਾਰੇ ਕਾਰ ਵਿਹਾਰ ਕਰੀ ਗਿਆ ਕਿ ਮੇਰੇ ਹਨ, ਮੈਂ ਕੀਤੇ ਨੇ, ਮੇਰੇ ਤੋਂ ਬਗੈਰ ਕੁਝ ਨਹੀਂ। ਫਿਰ ਹਉਮੈ ਦੇ ਵਿੱਚ ਕਰਦਾ ਕਰਦਾ ਮੈਂ ਕਰਦਾ ਹੀ ਮਰ ਗਿਆ। ਮੋਖ ਮੁਕਤ ਕੀ ਸਾਰ ਨਾ ਜਾਣਾ, ਜਿਹੜੇ ਸੰਸਾਰ ਦੇ ਬੰਧਨਾਂ ਤੋਂ ਛੁੱਟਣ ਦਾ ਤਰੀਕਾ ਸੀ, ਮੁਕਤੀ ਦਾ ਜੁਗਤੀ ਸੀ ਮੁਕਤੀ ਦੀ, ਉਹ ਜੀਵ ਨੇ ਜਾਣੀ। ਜਿਹੜੀ ਕੇਵਲ ਮੁਕਤੀ ਦੀ ਜੁਗਤੀ ਸੀ, ਉਹ ਸ੍ਰੇਸ਼ਟ ਜਿਹੜੀ ਵਿਚਾਰ ਸੀ,
ਉਹ ਜੀਵ ਨੇ ਧਾਰਨੀ ਨਹੀਂ ਕੀਤੀ। ਹਉ ਵਿੱਚ ਮਾਇਆ ਹਉ ਵਿੱਚ ਛਾਇਆ। ਹਉਮੈ ਦੇ ਵਿੱਚ ਹੀ ਜੀਵ ਮਾਇਆ ਦੇ ਬੰਧਨਾਂ ਵਿੱਚ ਫਸਦਾ ਹੈ। ਧੀਆਂ ਪੁੱਤਰਾਂ ਦੇ ਮੋਹ ਵਿੱਚ ਜੀਵ ਫਸ ਜਾਂਦਾ ਹੈ ਹਉਮੈ ਕਰਕੇ। ਹਉ ਵਿੱਚ ਛਾਇਆ, ਜਦੋਂ ਮਾਇਆ ਦੇ ਬੰਧਨਾਂ ਵਿੱਚ ਫਸ ਗਿਆ ਫਿਰ ਹੰਕਾਰ ਹੋਰ ਪ੍ਰਬਲ ਹੋ ਜਾਂਦਾ ਹੈ। ਹਉ ਵਿੱਚ ਛਾਇਆ, ਫਿਰ ਅਗਿਆਨਤਾ ਦੇ ਵਸ ਹੋ ਜਾਂਦਾ ਹੈ ਜੀਵ। ਫਿਰ ਕਿਸੇ ਪ੍ਰਕਾਰ ਦੀ ਕੋਈ ਸੋਝੀ ਨਹੀਂ ਰਹਿੰਦੀ। ਹਉਮੈ ਕਰ ਕਰ ਜੰਤੂ ਪਾਇਆ। ਹਉਮੈ ਦੇ ਵਿੱਚ ਆ ਕੇ ਫਿਰ ਜੀਵ ਜੰਤ ਉਪਾਇਆ ਕਿ ਆਪਣੇ ਹੱਥੀਂ ਕਾਰ ਕਰਦਾ ਹੈ ਜਿਹੜੀ। ਫਿਰ ਮਹਾਰਾਜ ਸਾਹਿਬ ਜੀ ਜਿਵੇਂ ਉਹਨੂੰ ਫਲ ਦਿੰਦੇ ਨੇ ਕਿ ਜੰਤੂ ਪਾਇਆ, ਫਿਰ ਜੂਨਾਂ ਦੇ ਵਿੱਚ ਪਾ ਦਿੰਦੇ ਨੇ। ਕਿਉਂਕਿ ਸੇਖ ਬ੍ਰਹਮ ਜੀ ਪੁੱਛਣ ਲੱਗੇ ਸਤਿਗੁਰੂ ਜੀ, ਫਿਰ ਜੀਵ ਜੂਨਾਂ ਦੇ ਵਿੱਚ ਕਾਹਤੋਂ ਪੈਂਦਾ ਹੈ? ਇਹ ਜੀਵ ਧਰਤੀ ਤੇ ਆਇਆ ਹੀ ਕਿਉਂ ਜੇ ਹੰਕਾਰ ਹੀ ਕਰਨਾ? ਸਤਿਗੁਰੂ ਜੀ ਫਰਮਾਉਂਦੇ ਨੇ ਹਉਮੈ ਕਰ ਕਰ ਜੰਤੂ ਪਾਇਆ। ਇਹ ਤੇ ਬ੍ਰਹਮ ਜੀ ਜੀਵ ਨੇ ਆਪੇ ਹੀ ਹਉਮੈ ਕਰ ਕਰਕੇ ਫਿਰ ਜੂਨਾਂ ਦੇ ਵਿੱਚ ਪਿਆ ਹੈ। ਹਉਮੈ ਬੁਝੈ ਤਾ ਦਰ ਸੂਝੈ। ਮਹਾਰਾਜ ਸਾਹਿਬ ਕਹਿੰਦੇ ਜੇ ਜੀਵ ਹਉਮੈ ਨੂੰ ਬੁੱਝ ਲੇ ਨਾ, ਭਾਵ ਕਿ ਹਉਮੈ ਦੀ ਜਿਹੜੀ ਅੱਗ ਹੈ ਇਹਨੂੰ ਬੁਝਾ ਦੇਵੇ। ਬੁਝਾਉਣ ਵਾਲਾ ਕੇਵਲ ਤੇ ਕੇਵਲ ਨਾਮ ਹੈ। ਨਾਮ ਦੇ ਪਾਣੀ ਦੇ ਨਾਲ ਜਿਹੜੀ ਹੰਕਾਰ ਦੀ ਅੱਗ ਸਾਡੇ ਅੰਦਰ ਲੱਗੀ ਹੈ, ਮਹਾਰਾਜ ਸਾਹਿਬ ਕਹਿੰਦੇ ਇਹਨੂੰ ਨਾਮ ਦੇ ਪਾਣੀ ਦੇ ਨਾਲ ਬੁਝਾ ਦੇਵੇ ਤਾਂ ਦਰ ਸੁੱਝੈ। ਫਿਰ ਉਸ ਵਾਹਿਗੁਰੂ ਦੇ ਦਰ ਦੀ ਸੋਝੀ ਆਵੇਗੀ। ਫਿਰ ਪਤਾ ਲੱਗੇਗਾ ਕਿ ਵਾਹਿਗੁਰੂ ਦਾ ਦਰ ਕੀ ਹੈ, ਸੱਚਖੰਡ ਦੀ ਪ੍ਰਾਪਤੀ ਦਾ ਲਾਭ ਕੀ ਹੈ। ਜਦੋਂ ਜੀਵ ਨਾਮ ਦੇ ਪਾਣੀ ਦੇ ਨਾਲ ਹਉਮੈ ਦੀ ਅੱਗ ਨੂੰ ਬੁਝਾ ਦੇਵੇਗਾ। ਗਿਆਨ ਵਿਹੂਣਾ ਕਥ ਕਥ ਲੁਝੈ। ਪਰ ਜਿਹੜੇ ਗਿਆਨ ਤੋਂ ਹੀਣੇ ਨੇ, ਜਿਨ੍ਹਾਂ ਨੂੰ ਹਜੇ ਗਿਆਨ ਨਹੀਂ, ਇਹੋ ਹੀ ਹੰਕਾਰ ਦੇ ਵਿੱਚ ਕਹਿੰਦੇ ਨੇ ਕਥ ਕਥ ਲੁਝੈ, ਕਿ ਹਉਮੈ ਦੀ ਕਥਨੀ ਕਰੀ ਜਾਂਦੇ ਨੇ। ਜਿਵੇਂ ਕਥਾਵਾਂ ਪੜ੍ਹੀਆਂ ਉਵੇਂ ਪੜ੍ਹ ਕੇ ਸੁਣਾਤੀਆਂ, ਇਸ ਤਰ੍ਹਾਂ ਹੀ ਮੂਰਖ ਜਿਹੜੇ ਝਗੜੀ ਜਾ ਰਹੇ ਨੇ ਆਪਸ ਦੇ ਵਿੱਚ। ਉਧਰੋਂ ਹੰਕਾਰ ਦੇ ਵਿੱਚ ਦੂਸਰਾ ਬੋਲਦਾ ਹੈ, ਇੱਧਰੋਂ ਪਹਿਲਾ ਬੋਲੀ ਜਾਂਦਾ ਹੈ। ਇਸੇ ਪ੍ਰਕਾਰ ਹੀ ਕਥ ਕਥ ਲੁਝੈ। ਮਹਾਰਾਜ ਸਾਹਿਬ ਕਹਿੰਦੇ ਜਿਹੜੇ ਗਿਆਨ ਤੋਂ ਹੀਣੇ ਨੇ ਉਹ ਹੰਕਾਰ ਦੇ ਵਿੱਚ ਹੀ ਅਣਕਥਨੀਆਂ ਕਰਕੇ, ਝੂਠ ਬੋਲ ਬੋਲ ਕੇ, ਝੂਠੀਆਂ ਕਥਾਵਾਂ ਸੁਣਾ ਸੁਣਾ ਕੇ ਲੁਝੈ ਆਪਸ ਦੇ ਵਿੱਚ ਹੀ ਝਗੜੀ ਜਾ ਰਹੇ ਹਨ। ਨਾਨਕ ਹੁਕਮੀ ਲਿਖੀਐ ਲੇਖ। ਇਹ ਤੇ ਮਹਾਰਾਜ ਸਾਹਿਬ ਕਹਿੰਦੇ ਨੇ ਅਕਾਲ ਪੁਰਖ ਦੇ ਹੁਕਮ ਦੇ ਨਾਲ ਹੀ ਜੀਵ ਦੇ ਮੱਥੇ ਤੇ ਲੇਖ ਲਿਖੇ ਨੇ ਜੰਮਣ ਮਰਨ ਦੇ। ਇਹ ਤੇ ਰੱਬ ਨੇ ਲੇਖ ਲਿਖੇ ਨੇ ਭਾਈ ਮੱਥੇ ਤੇ, ਇਹ ਤੇ ਵਾਹਿਗੁਰੂ ਦੇ ਹੁਕਮ ਦੇ ਨਾਲ ਹੀ ਹਨ। ਜਿਹਾ ਵੇਖੈ ਤੇਹਾ ਵੇਖ। ਜੈਸੀ ਸ੍ਰਿਸ਼ਟੀ ਜੈਸੀ ਦ੍ਰਿਸ਼ਟੀ ਵੈਸੀ ਸ੍ਰਿਸ਼ਟੀ। ਜਿਹੋ ਜਿਹਾ ਵੇਖਾਂਗੇ ਉਹੋ ਜਿਹੀ ਸ੍ਰਿਸ਼ਟੀ ਦਿਸੇਗੀ। ਜੇ ਅਸੀਂ ਚੰਗੀ ਅੱਖਾਂ ਨਾਲ ਵੇਖੀਏ ਕਿ ਸਾਰੇ ਹੀ ਚੰਗੇ ਹਨ, ਫਿਰ ਭਾਈ ਸਾਰੇ ਹੀ ਚੰਗੇ ਨਜ਼ਰ ਆਉਣਗੇ। ਜੇ ਕਹੀਏ ਕਿ ਸਾਰੇ ਪਾਪੀ ਹਨ, ਸਾਰੇ ਕ੍ਰੋਧੀ ਹਨ, ਸਾਰੇ ਕਾਮੀ ਹਨ, ਸਾਰੇ ਲੋਭੀ ਹਨ, ਸਾਰੇ ਹੰਕਾਰੀ ਵਿਕਾਰੀ ਹਨ, ਫਿਰ ਮਹਾਰਾਜ ਸਾਹਿਬ ਕਹਿੰਦੇ ਜਿਹਾ ਵੇਖੈ ਤੇਹਾ ਵੇਖ। ਜਿਹੋ ਜਿਹਾ ਵੇਖਾਂਗੇ, ਜੇ ਸਾਰਿਆਂ ਨੂੰ ਕਾਮੀ ਵੇਖਾਂਗੇ ਤੇ ਸਾਰੇ ਕਾਮ ਵਾਸਨਾ ਦੇ ਅਧੀਨ ਆਉਣਗੇ, ਸਾਰੇ ਹੰਕਾਰੀ ਵਿਕਾਰੀ ਆਉਣਗੇ। ਜੇ ਮਹਾਰਾਜ ਸਾਹਿਬ ਕਹਿੰਦੇ ਸਾਰਿਆਂ ਨੂੰ ਪ੍ਰੇਮ ਦੇ ਨਾਲ ਵੇਖਿਆ ਜਾਵੇ ਕਿ ਗਰੀਬ ਦੇ ਵਿੱਚ ਵੀ ਰੱਬ ਵੱਸਦਾ ਹੈ, ਗਰੀਬ ਦੇ ਵਿੱਚ ਵੀ ਉਹੀ ਰੱਬ ਵੱਸਦਾ ਹੈ, ਅਮੀਰ ਦੇ ਵਿੱਚ ਵੀ ਉਹੀ ਰੱਬ। ਮਹਾਰਾਜ ਸਾਹਿਬ ਕਹਿੰਦੇ ਉਹੋ ਜਿਹਾ ਹੀ ਦਿਸ ਜਾਵੇ। ਕਿਉਂਕਿ ਸਭੈ ਘਟ ਰਾਮ ਬੋਲੇ ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਸਾਰੇ ਪਾਸੇ ਤੇ ਸੰਗਤ ਜੀ ਰਾਮ ਦਾ ਵਸਾਰਾ ਬੋਲ ਰਿਹਾ ਹੈ। ਜਿੰਨੇ ਆਪ ਗੁਰੂ ਘਰ ਬੈਠੇ ਹੋ ਇਹਨਾਂ ਵਿੱਚ ਰਾਮ ਹੈ, ਜਿਹੜੇ ਘਰਾਂ 'ਚ ਬੈਠੇ ਨੇ ਉਹਨਾਂ ਦੇ ਵਿੱਚ ਵੀ ਰਾਮ ਹੈ। ਇਹ ਨਹੀਂ ਕਿ ਰਾਮ ਉਹਨਾਂ ਦੇ ਵਿੱਚ ਨਹੀਂ, ਪਰ ਜਿਹਾ ਵੇਖੈ ਤੇਹਾ ਵੇਖ। ਆਪ ਸੰਗਤ ਨੇ ਸਤਿਕਾਰ ਦੇ ਨਾਲ ਵੇਖਿਆ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾਤਾਂ ਵੰਡਦੇ ਨੇ, ਇਹ ਆਪ ਗੁਰੂ ਘਰ ਆ ਕੇ ਬਹਿ ਗਏ। ਤੇ ਜਿਹੜੇ ਅਜੇ ਘਰੇ ਬੈਠੇ ਨੇ ਉਹਨਾਂ ਨੇ ਉਹੋ ਜਿਹਾ ਵੇਖਿਆ ਕਿ ਮਹਾਰਾਜ ਦੇ ਕੋਲ ਕੋਹ ਨਹੀਂ, ਮਹਾਰਾਜ ਦੇ ਆਪ ਖਾਲੀ ਹੱਥ ਬੈਠੇ ਨੇ। ਉਹਨਾਂ ਨੂੰ ਭਾਈ ਉਹੋ ਜਿਹਾ ਦਿਸੀ ਜਾਂਦਾ ਹੈ। ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲੋਂ ਕੁਝ ਦਿਸਦਾ ਨਹੀਂ, ਉਹ ਘਰੇ ਬੈਠੇ ਨੇ। ਆਪ ਸੰਗਤ ਨੂੰ ਬੜੇ ਪਦਾਰਥ ਦਿਸਦੇ ਨੇ, ਆਪ ਸੰਗਤ ਨੂੰ ਮੁਕਤੀ ਦਿਸਦੀ ਹੈ, ਸਭ ਤੋਂ ਵੱਡੀ ਦਾਤ ਦਿਸਦੀ ਹੈ ਮਨ ਪ੍ਰੀਤ ਚਰਨ ਕਮਲਾਰੇ।
ਕਿ ਪ੍ਰੀਤੀ ਦਿਸਦੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ, ਕਿ ਬੜਾ ਪ੍ਰੇਮ ਚਾਹੀਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ, ਸਾਡਾ ਅਥਾਹ ਪਿਆਰ ਹੈ, ਅਸੀਂ ਤੇ ਇਸੇ ਪ੍ਰਕਾਰ ਹੀ ਰੋਜ਼ ਆਉਣਾ ਹੈ। ਆਪ ਨੇ ਪ੍ਰੇਮ ਦੇ ਨਾਲ ਵੇਖਿਆ ਤੇ ਤੁਹਾਨੂੰ ਪ੍ਰੇਮ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦਿਸ ਰਹੇ ਨੇ। ਜਿਨ੍ਹਾਂ ਨੇ ਨਹੀਂ ਵੇਖਿਆ ਉਹਨਾਂ ਨੂੰ ਨਹੀਂ ਦਿਸਦੇ ਹਨ। ਇੱਥੋਂ ਤੱਕ ਕਿ ਜਿਹੜੇ ਗੁਰਮੁਖ ਜਨ ਹਨ ਨਾ, ਉਹ ਤੇ ਕਿਸੇ ਚੀਜ਼ ਦੇ ਵਿੱਚੋਂ ਵੀ ਇਹ ਨਹੀਂ ਕਹਿੰਦੇ ਕਿ ਇਹਦੇ ਵਿੱਚ ਰੱਬ ਦੀ ਜੋਤ ਨਹੀਂ। ਇੱਕ ਵਾਰੀ ਨਾ ਭਿੰਡਰਾਂ ਦੀ ਗੱਲ ਹੈ, ਜਥਾ ਭਿੰਡਰਾਂ ਦੀ, ਸੰਤ ਗਿਆਨੀ ਸੁੰਦਰ ਸਿੰਘ ਜੀ ਮਹਾਂਪੁਰਖ ਭਿੰਡਰਾਂ ਵਾਲੇ, ਜਿੱਥੋਂ ਇਹ ਭਿੰਡਰਾਂ ਜਥਾ ਆਰੰਭ ਹੋਇਆ, ਉੱਥੋਂ ਦੀ ਗੱਲ ਹੈ। ਹਜੇ ਵੀ ਉੱਥੇ ਅਕਾਲ ਕੁਟੀਆ ਬਣੀ ਹੈ, ਇੱਕ ਸੰਤਾਂ ਨੇ ਨਾਮ ਅਭਿਆਸ ਦੇ ਵਾਸਤੇ ਗੁਰਸਿੱਖਾਂ ਵਾਸਤੇ ਤਿਆਰ ਕੀਤੀ ਸੀ, ਛੋਟੀ ਜੀ ਕੱਚੀਆਂ ਕੰਧਾਂ ਸੀ ਉਹਦੀਆਂ। ਬੜੀ 100 ਸਾਲ ਪੁਰਾਣੀ ਗੱਲ ਹੋਵੇਗੀ ਇਹ, ਕਿ ਗੁਰਸਿੱਖਾਂ ਨੇ ਬੇਨਤੀ ਕੀਤੀ ਕਿ ਮਹਾਰਾਜ ਜੀ ਸੰਤੋ ਮਹਾਂਪੁਰਖੋ, ਆਪ ਕਹਿੰਦੇ ਹੋ ਕਿ ਸਾਰਿਆਂ ਦੇ ਵਿੱਚ ਰਾਮ ਬੋਲਦਾ ਹੈ, ਚਲੋ ਮੰਨ ਲਿਆ। ਫਿਰ ਕਹਿੰਦੇ ਹੋ ਕਿ ਬ੍ਰਿਛਾਂ ਦੇ ਵਿੱਚ ਵੀ ਰਾਮ ਹੈ, ਜਿਹੜੇ ਜੜ ਹਨ, ਜਿਹੜੇ ਤੁਰ ਫਿਰ ਨਹੀਂ ਸਕਦੇ, ਚਲੋ ਉਹ ਵੀ ਮੰਨ ਲਿਆ। ਹੁਣ ਦੱਸੋ ਜਿਨ੍ਹਾਂ ਦੇ ਵਿੱਚ ਜਾਣ ਹੀ ਨਹੀਂ, ਉਹਨਾਂ ਦੇ ਵਿੱਚ ਵੀ ਰੱਬ ਵਸਦਾ ਹੈ। ਕਹਿਣ ਲੱਗੇ ਕੰਧਾਂ ਵਿੱਚ ਰੱਬ ਵਸਦਾ ਹੈ। ਮਹਾਰਾਜ ਜੀ ਦੱਸੋ ਇਹ ਕੰਧਾਂ ਵਿੱਚ ਰੱਬ ਹੈ ਕਿ ਨਹੀਂ? ਸੰਤ ਗਿਆਨੀ ਸੁੰਦਰ ਸਿੰਘ ਜੀ ਕਹਿਣ ਲੱਗੇ ਗੁਰਸਿੱਖੋ, ਉਦੋਂ ਬਗੈਰ ਤੇ ਤੁਸੀਂ ਕਹਿੰਦੇ ਪੱਤਾ ਨਹੀਂ ਹਿਲਦਾ, ਤੇ ਫਿਰ ਕੰਧ ਕਿਵੇਂ ਖੜੀ ਹੋ ਗਈ? ਕੰਧ ਵੀ ਉਹਦੇ ਹੁਕਮ ਦੇ ਵਿੱਚ ਹੀ ਹੈ। ਉਹ ਕਹਿੰਦੇ ਗੁਰਸਿੱਖ ਕਹਿੰਦੇ ਕਿ ਸੰਤ ਜੀ ਇਸ ਤਰ੍ਹਾਂ ਨਹੀਂ ਗਿਆਨ ਜਿਹਾ ਹੋ ਰਿਹਾ। ਫਿਰ ਮਹਾਂਪੁਰਖਾਂ ਨੇ ਕੀ ਕੀਤਾ ਕਿ ਅਕਾਲ ਕੁਟੀਆ ਦੇ ਅੰਦਰ ਲੈ ਗਏ। ਕੁਝ ਦਿਨ ਨਾਮ ਅਭਿਆਸ ਚੱਲਿਆ, ਰੋਜ਼ ਉੱਚੀ ਉੱਚੀ ਵਾਹਿਗੁਰੂ ਸਿਮਰਨ ਦਾ ਅਭਿਆਸ ਹੋਇਆ ਕਰੇ। ਬੜੇ ਦਿਨ ਲੰਘ ਗਏ। ਫਿਰ ਇੱਕ ਦਿਨ ਐਸਾ ਆਇਆ, ਵਾਹਿਗੁਰੂ ਨੇ ਕਿਰਪਾ ਕੀਤੀ, ਉਹਨਾਂ ਦੇ ਅੰਦਰ ਅਨਾਹਤ ਚੱਲਣ ਲੱਗ ਪਿਆ। ਸਾਰੇ ਪਾਸੇ ਵਾਹਿਗੁਰੂ ਵਾਹਿਗੁਰੂ ਦਾ ਆਟੋਮੈਟਿਕ ਜਾਪ ਹੋ ਰਿਹਾ ਹੈ। ਕੁਝ ਬੋਲਣ ਦੀ ਲੋੜ ਨਹੀਂ ਪੈ ਰਹੀ, ਆਪਣੇ ਆਪ ਹੀ ਸੁਤੇ ਸਿੱਧੀ ਵਾਹਿਗੁਰੂ ਦੀਆਂ ਆਵਾਜ਼ਾਂ ਆ ਰਹੀਆਂ ਨੇ। ਫਿਰ ਜਦੋਂ ਵੇਖਿਆ ਆਵਾਜ਼ ਆ ਕਿੱਥੋਂ ਰਹੀ ਹੈ, ਜਿਹੜੇ 4 ਚੁਫੇਰੇ ਅਕਾਲ ਕੁਟੀਆਂ ਦੀਆਂ ਕੰਧਾਂ ਸੀ ਨਾ, ਉਹਦੇ ਵਿੱਚੋਂ ਆਵਾਜ਼ਾਂ ਆ ਰਹੀਆਂ ਸੀ ਵਾਹਿਗੁਰੂ ਸਿਮਰਨ ਦੀਆਂ। ਲਗਾਤਾਰ ਵਾਹਿਗੁਰੂ 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 ਦਾ ਜਾਪ ਹੋ ਰਿਹਾ ਸੀ। ਫਿਰ ਮਹਾਂਪੁਰਖਾਂ ਨੇ ਸਿੱਧ ਕਰਵਾਇਆ ਸੀ ਗੁਰਸਿੱਖਾਂ ਨੂੰ ਕਿ ਜਿਹੜੇ ਥੰਮ ਖੜੇ ਨੇ, ਵੱਡੇ ਵੱਡੇ ਕੰਧਾਂ ਖੜੀਆਂ ਨੇ, ਇਹ ਐਵੇਂ ਨਹੀਂ ਖੜੀਆਂ, ਇਹ ਵੀ ਵਾਹਿਗੁਰੂ ਦੇ ਭਾਣੇ ਵਿੱਚ ਖੜੀਆਂ ਨੇ। ਇਹ ਤੇ ਜੇ ਤੁਸੀਂ ਦ੍ਰਿਸ਼ਟੀ ਨਾਲ ਵੇਖੋਗੇ ਤੇ ਤੁਹਾਨੂੰ ਕੰਧਾਂ ਦੇ ਵਿੱਚ ਵੀ ਰੱਬ ਦਿਸੇਗਾ, ਕਿਉਂਕਿ ਸਭੈ ਘਟ ਰਾਮ ਬੋਲੇ। ਘਟ ਦਾ ਅਰਥ ਹੈ ਘਟਾਂ ਘਟਾਂ ਦੇ ਅੰਦਰ, ਹਿਰਦਿਆਂ ਦੇ ਅੰਦਰ ਵੀ ਰੱਬ ਵਸਦਾ ਹੈ। ਜਦੋਂ ਹਿਰਦੇ ਦੇ ਵਿੱਚ ਵਸਦਾ ਹੈ ਫਿਰ ਤੇ ਸਾਰੇ ਪਾਸੇ ਹੀ ਵਸ ਰਿਹਾ ਹੈ, ਕਿਉਂਕਿ ਹਿਰਦਾ ਅਜੇ ਕਿਸੇ ਨੇ ਵੇਖਿਆ ਨਹੀਂ। ਕਹਿ ਦਿੰਦੇ ਹਾਂ ਹਿਰਦਾ, ਪਰ ਹਿਰਦਾ ਕਿਸੇ ਨੇ ਵੇਖਿਆ ਹੈ? ਕੰਧਾਂ ਦੇ ਸਾਹਮਣੇ ਦਿਸਦੀਆਂ ਨੇ, ਇੰਨੀਆਂ ਵੱਡੀਆਂ ਇਮਾਰਤਾਂ ਖੜੀਆਂ ਨੇ, ਹਜ਼ਾਰ ਹਜ਼ਾਰ ਮੰਜ਼ਲੀ ਉੱਚੀਆਂ, ਇਹ ਸਾਰੀਆਂ ਵਾਹਿਗੁਰੂ ਦੇ ਭਾਣੇ ਅੰਦਰ ਨੇ। ਪਰ ਗੁਰੂ ਨਾਨਕ ਦੇਵ ਜੀ ਨੇ ਗੁਰਸਿੱਖਾਂ ਦਾ ਸ਼ੰਕਾ ਨਿਰਵਿਰਤ ਕੀਤਾ ਹੈ। ਗੁਰਸਿੱਖੋ, ਜੇ ਤੁਸੀਂ ਦ੍ਰਿਸ਼ਟੀ ਨਾਲ ਵੇਖੋਗੇ ਕਿ ਇਹਨਾਂ ਦੇ ਵਿੱਚ ਰੱਬ ਨਹੀਂ ਵਸਦਾ, ਫਿਰ ਤੁਹਾਨੂੰ ਨਹੀਂ ਦਿਸਣਾ। ਜੇ ਵੇਖੋਗੇ ਕਿ ਰੱਬ ਵਸਦਾ ਹੈ ਤਾਂ ਫਿਰ ਜ਼ਰੂਰ ਰੱਬ ਵਸਦਾ ਹੈ ਇਹਨਾਂ ਦੇ ਵਿੱਚ। ਕੋਈ ਐਸੀ ਚੀਜ਼ ਨਹੀਂ ਜਿਹਦੇ ਵਿੱਚ ਰੱਬ ਨਾ ਵਸਦਾ ਹੋਵੇ, ਭਾਵੇਂ ਉਹ ਚੀਜ਼ ਦੇ ਵਿੱਚ ਜਾਨ ਹੋਵੇ ਭਾਵੇਂ ਨਾ ਹੋਵੇ। ਹਰੇਕ ਚੀਜ਼ ਦੇ ਵਿੱਚ ਰੱਬ ਦੀ ਸਤਾ ਹੈ, ਰੱਬ ਦੀ ਅੰਸ਼ ਹੈ। ਤਾਂ ਕਰਕੇ ਉਹ ਚੀਜ਼ ਜਿਹੜੀ ਧਰਤੀ 'ਤੇ ਮੌਜੂਦ ਹੈ, ਜੇ ਉਹ ਚੀਜ਼ ਧਰਤੀ 'ਤੇ ਮੌਜੂਦ ਹੈ ਫਿਰ ਉਹਦੇ ਵਿੱਚ ਰਾਮ ਵਸਦਾ ਹੈ। ਭਾਈ ਜਿਹਾ ਵੇਖੈ ਤੇਹਾ ਵੇਖ, ਜਿਹੋ ਜਿਹਾ ਮਹਾਰਾਜ ਸਾਹਿਬ ਕਹਿੰਦੇ ਗੁਰਸਿੱਖੋ ਤੁਸੀਂ ਵੇਖੋਗੇ ਨਾ, ਤੁਹਾਨੂੰ ਉਹੋ ਜਿਹਾ ਹੀ ਦਿਸੂਗਾ। ਭਾਵੇਂ ਪਾਪਾਂ ਵਾਲੀ ਦ੍ਰਿਸ਼ਟੀ ਨਾਲ ਵੇਖ ਲਓ ਤੇ ਭਾਵੇਂ ਪੁੰਨਾਂ ਵਾਲੀ ਨਾਲ ਵੇਖ ਲਓ, ਇਹ ਤੇ ਜਿਹੋ ਜਿਹਾ ਵੇਖਾਂਗੇ ਉਹੋ ਜਿਹਾ ਨਜ਼ਰੀ ਆਵੇਗਾ। ਮਹੱਲਾ ਦੂਜਾ। ਗੁਰਸਿੱਖਾਂ ਨੇ ਬੇਨਤੀ ਕੀਤੀ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਕੋਲ ਕਿ ਸਤਿਗੁਰੂ ਜੀ ਗੁਰੂ ਨਾਨਕ ਦੇਵ ਜੀ ਨੇ ਸੇਖ ਬ੍ਰਹਮ ਜੀ ਨੂੰ ਉਪਦੇਸ਼ ਬਖਸ਼ਿਆ ਹੈ ਹਉਮੈ ਦੀ ਬਾਬਤ। ਆਪ ਜੀ ਵੀ ਕਿਰਪਾ ਕਰਕੇ ਦੱਸੋ ਕਿ ਹਉਮੈ ਤੋਂ ਛੁਟਕਾਰਾ ਕਿਵੇਂ ਹੋਵੇ? ਹਉਮੈ ਚੀਜ਼ ਕੀ ਹੈ? ਇਹ ਤੋਂ ਬਚਿਆ ਕਿਵੇਂ ਜਾਵੇ? ਆਪ ਜੀ ਥੋੜ੍ਹਾ ਜਿਹਾ ਵਿਸਥਾਰ ਸਹਿਤ ਦੱਸੋ। ਦੂਸਰੇ ਗੁਰੂ ਨਾਨਕ ਗੁਰੂ ਅੰਗਦ ਦੇਵ ਜੀ ਮਹਾਰਾਜ ਫਰਮਾਨ ਕਰਦੇ ਹਨ, ਹਉਮੈ ਇਹ ਜਾਤ ਹੈ, ਹਉਮੈ ਕਰਮ ਕਮਾਹੀ। ਮਹਾਰਾਜ ਸਾਹਿਬ ਕਹਿੰਦੇ ਨੇ ਗੁਰਸਿੱਖੋ,
ਹਉਮੈ ਜਿਹੜੀ ਹੈ ਇਹ ਉਤਪਤੀ ਕਿਵੇਂ ਹੁੰਦੀ, ਹਉਮੈ ਪੈਦਾ ਕਿਵੇਂ ਹੁੰਦੀ ਹੈ। ਹਉਮੈ ਕਰਮ ਕਮਾਹੇ, ਜਦੋਂ ਹੰਕਾਰ ਵਾਲੇ ਕਰਮ ਕਮਾਵਾਂਗੇ ਨਾ, ਹੰਕਾਰ ਦੇ ਵਿੱਚ ਕੋਈ ਕੰਮ ਕਰਾਂਗੇ ਕਿ ਇਹ ਕੰਮ ਮੈਂ ਕੀਤਾ, ਭਾਵੇਂ ਗੁਰੂ ਘਰ ਦੀ ਸੇਵਾ ਹੀ ਲਾ ਲਈਏ, ਜੇ ਸੇਵਾ ਕਰਤੀ ਫਿਰ ਕਿਤੇ ਇਹ ਨਾ ਕਹਿ ਦਈਏ ਕਿ ਮੈਂ ਕਰਵਾਈ ਹੈ। ਜਦੋਂ ਇਹ ਕਹਿ ਦਿੱਤਾ, ਮਹਾਰਾਜ ਸਾਹਿਬ ਕਹਿੰਦੇ ਇੱਥੋਂ ਹੰਕਾਰ ਦੀ ਹਉਮੈ ਦੀ ਉਤਪਤੀ ਹੋ ਗਈ, ਇੱਥੋਂ ਹੰਕਾਰ ਆਰੰਭ ਹੁੰਦਾ ਹੈ ਕਿ ਆਹ ਕੰਮ ਮੈਂ ਕਰਵਾਇਆ ਹੈ। ਜੇ ਮੈਂ ਨਾ ਹੁੰਦਾ ਇਸ ਪਿੰਡ ਦੇ ਵਿੱਚ ਤੇ ਇਹ ਕੰਮ ਨਹੀਂ ਹੋਣਾ ਸੀ। ਜੇ ਮੈਂ ਇਸ ਨਗਰ ਦੇ ਵਿੱਚ ਆਇਆ, ਮੇਰਾ ਜਨਮ ਹੋਇਆ, ਮੈਂ ਕਮਾਈ ਕੀਤੀ, ਪਰਉਪਕਾਰ ਕੀਤਾ ਤੇ ਇਹ ਕੰਮ ਇਸ ਪ੍ਰਕਾਰ ਹੋ ਗਿਆ। ਪਰ ਮਹਾਰਾਜ ਸਾਹਿਬ ਕਹਿੰਦੇ ਜਦੋਂ ਜੀਵ ਨੇ ਇਸ ਪ੍ਰਕਾਰ ਆਖਤਾ ਨਾ ਕਿ ਇਹ ਕੰਮ ਹੀ ਮੇਰੇ ਨਾਲ ਹੋਇਆ, ਮਹਾਰਾਜ ਸਾਹਿਬ ਕਹਿੰਦੇ ਉਦੋਂ ਹੰਕਾਰ ਦੀ ਉਤਪਤੀ ਹੋ ਗਈ। ਹਉਮੈ ਏਈ ਬੰਧਨਾ ਫਿਰ ਜੋਨੀ ਪਾਹੇ। ਸਤਿਗੁਰੂ ਜੀ ਕਹਿੰਦੇ ਇਹ ਹੀ ਹਉਮੈ ਦੇ ਬੰਧਨ ਨੇ, ਹੰਕਾਰ ਦੇ। ਜਦੋਂ ਕਹਿ ਦਿੱਤਾ ਕਿ ਇਹ ਕੰਮ ਹੀ ਮੈਂ ਕੀਤਾ, ਜੇ ਮੈਂ ਇੱਥੇ ਨਾ ਹੁੰਦਾ ਤੇ ਇਹਨਾਂ ਕੋਲ ਕੁਛ ਨਹੀਂ ਹੋਣਾ ਹੈ, ਗਰੀਬ ਗੁਰਦਿਆਂ ਕੋਲ। ਮੇਰੇ ਕੋਲ ਤਾਂ ਮਾਇਆ ਹੀ ਬੜੀ ਜ਼ਿਆਦਾ ਆ ਗਈ, ਸਾਰਾ ਕੁਝ ਕਰ ਹੀ ਮੈਂ ਦਿੱਤਾ। ਜਦੋਂ ਕਹਿੰਦੇ ਮਹਾਰਾਜ ਸਾਹਿਬ ਕਹਿੰਦੇ ਹੰਕਾਰ ਉਤਪਤੀ ਹੋ ਗਈ ਨਾ ਹੰਕਾਰ ਦੀ, ਇਹ ਹੀ ਬੰਧਨਾ, ਇਹੋ ਹੀ ਬੰਧਨ ਪੈ ਗਿਆ ਰੱਬ ਦੇ ਤੇ ਜੀਵ ਦੇ ਵਿੱਚ। ਹੁਣਾਂ ਦੇ ਮੁਕਤ ਸੀ ਪਰ ਹਉਮੈ ਦਾ ਬੰਧਨ ਪੈ ਗਿਆ ਵਿੱਚ। ਹੱਥਾਂ ਪੈਰਾਂ ਦੇ ਉੱਤੇ ਹੰਕਾਰ ਦੇ ਵੱਡੇ ਵੱਡੇ ਸੰਗਲ ਲੱਗ ਗਏ। ਜਿੱਧਰ ਤੁਰਦਾ ਹੰਕਾਰ ਦੇ ਨਾਲ ਤੁਰਨਾ ਪੈਂਦਾ, ਇਕੱਲਾ ਨਹੀਂ ਜੀਵ ਜਾ ਸਕਦਾ ਕਿਤੇ। ਅੱਗੇ ਤਾਂ ਸੁਤੰਤਰ ਹੋ ਕੇ ਤੁਰਦਾ ਸੀ, ਹੁਣ ਹੰਕਾਰ ਦੇ ਵਿੱਚ ਤੁਰਦਾ ਹੈ ਕਿ ਕਿਸੇ ਗਰੀਬ ਦੇ ਕੋਲ ਨਹੀਂ ਖਲੋਣਾ ਮੈਂ, ਮੇਰੇ 'ਚ ਤੇ ਹੰਕਾਰ ਹੈ, ਮੈਂ ਤੇ ਮਾਇਆ ਧਾਰੀ ਜੀਵ ਹਾਂ, ਮੈਂ ਤੇ ਅਮੀਰਾਂ ਵਿੱਚ ਖਲੋਣ ਵਾਲਾ ਹਾਂ। ਜੇ ਮੈਂ ਕਿਸੇ ਗਰੀਬ ਗੁਰਦੇ ਕੋਲ ਖਲੋ ਗਿਆ, ਮੇਰਾ ਤੇ ਮਾਣ ਹੀ ਮਲੀਆ ਮੇਟ ਹੋ ਜਾਵੇਗਾ। ਮਹਾਰਾਜ ਸਾਹਿਬ ਕਹਿੰਦੇ ਸਭ ਤੋਂ ਵੱਡਾ ਬੰਧਨ ਇਹ ਹੈ ਕਿ ਆਪਦੇ ਵਿੱਚ ਹੰਤਾ ਪੈਦਾ ਕਰ ਲੈਣੀ ਕਿ ਮੈਂ ਹੀ ਸਾਰਾ ਕਰਾਂ। ਫਿਰ ਜੋਨੀ ਪਾਹੇ, ਫਿਰ ਜਦੋਂ ਇਹ ਬੰਧਨ ਪੈਦਾ ਹੋ ਗਿਆ, ਫਿਰ ਵਾਰ-ਵਾਰ ਜੂਨਾਂ ਦੇ ਵਿੱਚ ਆਉਣਾ ਪਵੇਗਾ। ਫਿਰ ਮਹਾਰਾਜ ਸਾਹਿਬ ਕਹਿੰਦੇ ਨੇ ਕਈ ਜਨਮ ਭਈ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ। ਇਸ ਪ੍ਰਕਾਰ ਬੇਅੰਤ ਜੂਨਾਂ ਮਹਾਰਾਜ ਸਾਹਿਬ ਨੇ ਗਨਾਈਆਂ ਨੇ। ਮਹਾਰਾਜ ਸਾਹਿਬ ਕਹਿੰਦੇ ਹਨ ਕਿ ਜਿਹੜਾ ਬੰਧਨ ਦੇ ਵਿੱਚ ਪੈ ਗਿਆ ਨਾ ਇੱਕ ਵਾਰੀ ਹੰਕਾਰ ਦੇ, ਫਿਰ ਉਹਨੂੰ ਜੂਨਾਂ ਦੇ ਵਿੱਚ ਆਉਣਾ ਪਵੇਗਾ। ਹਉਮੈ ਕਿੱਥਹੁ ਉਪਜੈ ਕਿਤ ਸੰਜਮ ਇਹ ਜਾਏ। ਕਿਉਂਕਿ ਗੁਰਸਿੱਖਾਂ ਨੇ ਸਵਾਲ ਪੁੱਛਿਆ ਸੀ ਨਾ ਕਿ ਮਹਾਰਾਜ ਜੀ ਜਿਹੜੀ ਹਉਮੈ ਹੈ ਉਹ ਉਪਜੀ ਪੈਦਾ ਕਿੱਥੋਂ ਹੁੰਦੀ ਹੈ ਤੇ ਕਿਹੜੇ ਤਰੀਕੇ ਨਾਲ ਇਹ ਜਾਂਦੀ ਹੈ। ਫਿਰ ਸਤਿਗੁਰੂ ਜੀ ਦੱਸਦੇ ਹਨ, ਹਉਮੈ ਇਹੋ ਹੁਕਮ ਹੈ ਪਇਐ ਕਿਰਤ ਫਿਰਾਹੇ। ਮਹਾਰਾਜ ਸਾਹਿਬ ਜੀ ਕਹਿੰਦੇ ਨੇ ਕਿ ਹਉਮੈ ਦਾ ਜਿਹੜਾ ਹੁਕਮ ਹੈ ਨਾ, ਹਉਮੈ ਵੀ ਫਰਮਾਨ ਕਰਦੀ ਹੈ। ਉਹ ਫਰਮਾਨ ਕੀ ਕਰਦੀ ਹੈ ਕਿ ਹੰਕਾਰ ਦੇ ਵਿੱਚ ਹੀ ਕਿਰਤ ਕਰੀ ਜਾ ਸਾਰੀ ਉਮਰ, ਸਾਰੀ ਉਮਰ ਹੰਕਾਰ ਦੇ ਵਿੱਚ ਹੀ ਲੱਗਿਆ ਰਹਿ। ਇਹੋ ਹੀ ਮੇਰਾ ਫਰਮਾਨ ਹੈ ਕਿ ਕਿਸੇ ਦਾ ਮਾੜਾ ਕਰਦੇ ਆਪਦਾ ਚੰਗਾ ਕਰ ਲਾ, ਪਰ ਕਰ ਹੰਕਾਰ ਦੇ ਵਿੱਚ ਕਿ ਮੈਂ ਬੜਾ ਬਲਸ਼ਾਲੀ ਹਾਂ, ਮੇਰੇ ਕੋਲ ਦਿਮਾਗ ਬੜਾ ਤੇਜ਼ ਆ, ਮੇਰੇ ਦਿਮਾਗ ਤੋਂ ਬਗੈਰ ਹੋਰ ਕਿਸੇ ਕੋਲ ਕੋਈ ਕੰਮ ਹੀ ਨਹੀਂ ਹੋਣਾ। ਜੇ ਮੈਂ ਉਹਦਾ ਦਿਮਾਗ ਨਾ ਚਲਾਉਂਦਾ ਤੇ ਦੂਜਿਆਂ ਦੇ ਕੰਮ ਸਰਨੇ ਨਹੀਂ ਸੀ। ਮੇਰੇ ਕੋਲ ਬਲ ਬੜਾ ਜ਼ਿਆਦਾ ਹੈ, ਜੇ ਮੇਰੇ ਸਰੀਰ ਦੇ ਵਿੱਚ ਬਲ ਨਾ ਹੁੰਦਾ ਤੇ ਇਹਨਾਂ ਨੇ ਤਾਂ ਨੱਪੇ ਜਾਣਾ ਸੀ ਥੱਲੇ। ਮੈਂ ਆਪਣੇ ਸਰੀਰ ਦੇ ਨਾਲ ਕਮਾਈਆਂ ਕਰ ਕਰਕੇ ਇਹਨਾਂ ਨੂੰ ਤਾਂ ਚੁੱਕਿਆ। ਮਹਾਰਾਜ ਸਾਹਿਬ ਕਹਿੰਦੇ ਜਿਹਦੇ ਕੋਲ ਇਹੋ ਜਿਹਾ ਹੰਕਾਰ ਹੈ ਤਨ ਮਨ ਧਨ ਦਾ, ਕਿ ਮੇਰੇ ਕੋਲ ਧਨ ਹੈ, ਸਾਰੀ ਉਮਰ ਕਮਾਈ ਕਰਦਾ ਰਿਹਾ ਜੀਵਾਂ ਦੀ ਖਾਤਰ, ਬੜਾ ਗੁਰੂ ਘਰ ਧਨ ਜੋੜਦਾ, ਮੈਂ ਕਮਾਈ ਬੜੀ ਕਰਤੀ, ਗੁਰੂ ਘਰ ਸੇਵਾ ਕਰਤੀ। ਸਤਿਗੁਰੂ ਜੀ ਕਹਿੰਦੇ ਇਹ ਹੰਕਾਰ ਦਾ ਹੁਕਮ ਹੈ, ਗੁਰੂ ਦਾ ਹੁਕਮ ਨਹੀਂ ਹੈ। ਇਹ ਤੇ ਹੰਕਾਰ ਦਾ ਫਰਮਾਨ ਹੈ ਕਿ ਮੇਰੇ ਵਸ ਹੋ ਕੇ ਕਿ ਹਉਮੈ ਦੇ ਵਿੱਚ ਕਰਮ ਕਮਾ, ਕਿ ਜਿਹੜਾ ਕੰਮ ਕਰਨਾ ਪਹਿਲੋਂ ਆਪਦਾ ਨਾਂ ਲੈ ਕਿ ਮੈਂ ਕੀਤਾ। ਇਹ ਗੁਰੂ ਦਾ ਹੁਕਮ ਨਹੀਂ, ਇਹ ਹੰਕਾਰ ਦਾ ਹੁਕਮ ਹੈ। ਤੇ ਇਸੇ ਪ੍ਰਕਾਰ ਹੀ ਕਿਰਤ ਫਿਰਾਏ, ਹਉਮੈ ਦੇ ਕੰਮਾਂ ਦੇ ਵਿੱਚ ਫਿਰਦਾ ਰਹਿ। ਹਉਮੈ ਦੀਰਘ ਰੋਗ ਹੈ ਦਾਰੂ ਪੀ ਸਮਾਹੇ। ਗੁਰਸਿੱਖ ਕਹਿੰਦੇ ਕਿ ਮਹਾਰਾਜ ਜੀ ਤੇ ਬੜਾ ਕਠਿਨ ਕੰਮ ਹੈ, ਹੰਕਾਰ ਦੇ ਜੀਵ ਦੇ ਵਿੱਚ ਜਾ ਹੀ ਨਹੀਂ ਸਕਦਾ। ਸਤਿਗੁਰੂ ਜੀ ਕਹਿੰਦੇ ਹਉਮੈ ਦੀਰਘ ਰੋਗ ਹੈ ਕਿ ਗੁਰਸਿੱਖੋ
ਜਿਹੜਾ ਇਹ ਹਉਮੈ ਦਾ ਰੋਗ ਹੈ ਨਾ, ਬੜਾ ਵੱਡਾ ਡੂੰਘਾ ਰੋਗ ਹੈ। ਇਹ ਕੋਈ ਮਤਾ ਜਾਣਿਓ ਛੋਟਾ ਮੋਟਾ ਰੋਗ ਹੈ, ਅਸੀਂ ਇਹਨੂੰ ਵਸ ਕਰ ਲਵਾਂਗੇ। ਇਹ ਜਿਹੜਾ ਹੰਕਾਰ ਦਾ ਰੋਗ ਹੈ, ਹਉਮੈ ਦਾ, ਹਉ ਮੈਂ ਤੇ ਕੇਵਲ ਤੇ ਕੇਵਲ ਮੈਂ। ਮਹਾਰਾਜ ਸਾਹਿਬ ਕਹਿੰਦੇ ਇਹ ਜਿਹੜਾ ਹੰਕਾਰ ਹੈ, ਇਹ ਤੇ ਐਡਾ ਵੱਡਾ ਰੋਗ ਹੈ ਕਿ ਮੇਰੀ ਮੇਰੀ ਕੈਰਵ ਕਰਤੇ ਦੁਰਜੋਧਨ ਸੇ ਭਾਈ, ਬਾਰਹਿ ਜੋਜਨ ਛਤਰ ਚਲੈ ਥਾ ਦੇਹੀ ਗਿਰਜ ਨਾ ਖਾਈ। ਕਹਿੰਦੇ ਐਡਾ ਵੱਡਾ ਰੋਗ ਹੈ ਕਿ ਜਿਹੜੇ ਕੈਰੋ ਸਨ, ਇੰਨੇ ਜ਼ਿਆਦੇ ਭਰਾ, ਇੰਨੀ ਜ਼ਿਆਦਾ ਫੌਜ ਮੇਰੀ ਮੇਰੀ ਕਰਦੇ ਮਰ ਗਏ। ਦੁਰਜੋਧਨ ਵਰਗੇ ਹੋਰ ਉਹਦੇ ਜਿੰਨੇ ਭਰਾ ਸਨ, ਤੇ ਕਹਿੰਦੇ ਉਹਦੀ ਜਿਹੜੀ ਦੇਹੀ ਨਾ ਸਾਰੀ ਲੋਹੇ ਦੀ ਸੀ। ਇਸ ਕਰਕੇ ਗਿਰਜਾਂ ਨੇ ਵੀ ਉਹਦੀ ਦੇਹੀ ਖਾਧੀ ਨਹੀਂ। ਇਹ ਸਮਝਿਆ ਇਹ ਤੇ ਹੰਤਾ ਮਮਤਾ ਵਾਲਾ ਹੈ, ਇਹਦਾ ਤੇ ਸਰੀਰ ਖਾਣਾ ਵੀ ਕਿਸੇ ਨੂੰ ਨਸੀਬ ਨਹੀਂ। ਇਸ ਕਰਕੇ ਮਹਾਰਾਜ ਸਾਹਿਬ ਕਹਿੰਦੇ ਦੀਰਘ ਰੋਗ ਬੜਾ ਵੱਡਾ ਰੋਗ ਹੈ। ਦਾਰੂ ਭੀ ਸਮਾਹੇ, ਪਰ ਜਿਵੇਂ ਲੋਹੇ ਨੂੰ ਲੋਹਾ ਕੱਟਦਾ ਹੈ ਨਾ, ਇਸੇ ਪ੍ਰਕਾਰ ਹੀ ਹਉਮੈ ਨੂੰ ਹਉਮੈ ਕੱਟਦੀ ਹੈ। ਇਹਦੇ ਵਿੱਚ ਹੀ ਦਾਰੂ ਹੈ। ਦਾਰੂ ਕਿਵੇਂ ਹੈ? ਇੱਕ ਹੰਕਾਰ ਹੈ ਜਿਹੜਾ ਹਰਜੂ ਵਾਹਿਗੁਰੂ ਨੂੰ ਨਹੀਂ ਭਾਉਂਦਾ। ਹਰ ਜੀਓ ਹੰਕਾਰ ਨਾ ਭਾਵਈ, ਵੇਦ ਕੂਕ ਸੁਣਾਦਾ ਹੈ। ਜਿਹੜਾ ਹਰੀ ਵਾਹਿਗੁਰੂ ਨੂੰ ਹੰਕਾਰ ਨਹੀਂ ਭਾਉਂਦਾ, ਕਿ ਜਿਹੜਾ ਜੀਵ ਹੰਕਾਰ ਪਿੱਛੇ ਆਪ ਜੀ ਨੂੰ ਬੇਨਤੀ ਕਰਕੇ ਸੁਣਾਇਆ ਹੈ, ਇੱਕ ਤੇ ਇਹ ਹੰਕਾਰ ਹੋ ਗਿਆ। ਇੱਕ ਹੰਕਾਰ ਹੈ ਆਪਦੇ ਗੁਰੂ ਤੇ ਮਾਣ ਕਰਨਾ। ਹੰਕਾਰ ਹੈ ਕਿ ਮੈਂ ਕਲਗੀਧਰ ਦਾ ਪੁੱਤਰ ਹਾਂ, ਮੈਂ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਹੈ, ਅਸੀਂ ਕਲਗੀਧਰ ਦੇ ਪੁੱਤਰ ਧੀ ਹਾਂ, ਅਸੀਂ ਬਾਣੀ ਪੜ੍ਹਨ ਵਾਲੇ ਗੁਰਸਿੱਖ ਹਾਂ, ਪਾਪ ਨਹੀਂ ਕਮਾਉਂਦੇ। ਇਹ ਭਾਈ ਸੁੱਧ ਹੰਕਾਰ ਹੈ ਕਿ ਆਪਣੇ ਆਪੇ ਤੇ ਮਾਣ ਕਰਨਾ ਕਿ ਅਸੀਂ ਗੁਰੂ ਦੇ ਹਾਂ। ਕਿਤੇ ਇਹ ਨਾ ਹੋਵੇ ਕੋਈ ਸਾਨੂੰ ਆਖੀ ਜਾਵੇ ਤੂੰ ਕਲਗੀਧਰ ਦਾ ਸਿੱਖ ਨਹੀਂ, ਤੂੰ ਖਾਲਸਾ ਨਹੀਂ, ਤੂੰ ਕੋਈ ਕਰਮ ਕਮਾਉਣਾ ਹੈ। ਆਪਣੇ ਉੱਤੇ ਕਦੀ ਲੋਕ ਲੱਜਾ ਨਾ ਲੱਗਣ ਦੇਵੇ ਤੇ ਹੋਵੇ ਵੀ ਸੱਚਾ। ਇਹ ਸੁੱਧ ਹੰਕਾਰ ਹੈ। ਜਦੋਂ ਜੀਵ ਦੇ ਅੰਦਰ ਆਪਦੇ ਗੁਰੂ ਦੇ ਮਾਣ ਆਉਣ ਲੱਗ ਪਿਆ ਨਾ ਕਿ ਮੇਰਾ ਗੁਰੂ ਬੜਾ ਵੱਡਾ ਹੈ, ਮੈਂ ਕੁਝ ਵੀ ਨਹੀਂ, ਮੈਂ ਤੇ ਇੱਕ ਅੰਸ਼ ਦੀ ਨਿਆਈ ਹਾਂ, ਛੋਟਾ ਜਿਹਾ ਜੀਵ ਹਾਂ, ਮੇਰਾ ਗੁਰੂ ਬੜਾ ਵੱਡਾ ਹੈ ਤੇ ਮੈਨੂੰ ਮਾਣ ਹੈ, ਮੈਨੂੰ ਹੰਕਾਰ ਹੈ ਕਿ ਮੈਂ ਐਡਾ ਛੋਟਾ ਜੀਵ ਐਡੇ ਵੱਡੇ ਗੁਰੂ ਦੀ ਸ਼ਰਨ 'ਚ ਆਇਆ ਤੇ ਐਡੇ ਵੱਡੇ ਗੁਰੂ ਨੇ ਮੈਨੂੰ ਆਪਣੀ ਦ੍ਰਿਸ਼ਟੀ ਕਰਕੇ ਤੱਕਿਆ ਤੇ ਆਪਦੀ ਗੋਦੀ ਦੇ ਵਿੱਚ ਪਾਇਆ। ਜੇ ਹੰਕਾਰ ਕਰਨਾ ਤੇ ਗੁਰਸਿੱਖੋ ਇਹਦਾ ਕਰੋ, ਆਪਣੇ ਗੁਰੂ ਤੇ ਮਾਣ ਕਰੋ। ਬਾਕੀ ਤੇ ਜਿਹੜੇ ਹਉਮੈ ਦੇ ਰੂਪ ਨੇ ਬੜੇ ਵੱਡੇ ਨੇ, ਪਰ ਸਤਿਗੁਰੂ ਜੀ ਕਹਿੰਦੇ ਇਹ ਜਿਹੜਾ ਦਾਰੂ ਇਹ ਬੜਾ ਵੱਡਾ ਹੈ। ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ। ਫਿਰ ਮਹਾਰਾਜ ਸਾਹਿਬ ਜੀ ਜੇ ਕਿਰਪਾ ਕਰਦੇ ਨਾ, ਫਿਰ ਦਾਰੂ ਬਖਸ਼ਦੇ ਨੇ ਜਿਹਦੇ ਨਾਲ ਇਲਾਜ ਹੋ ਸਕੇ। ਗੁਰ ਕਾ ਸ਼ਬਦ ਕਮਾਹੇ, ਕੀ ਦਾਰੂ ਬਖਸ਼ਿਆ ਕਿ ਗੁਰਸਿੱਖੋ ਗੁਰੂ ਦਾ ਸ਼ਬਦ ਕਮਾ ਲਓ। ਇਹ ਨਾ ਹੋਵੇ ਕਿਤੇ ਹੰਕਾਰ ਦੇ ਵਿੱਚ ਫਿਰ ਸੰਸਾਰ ਦੇ ਆਵਾਗਾਉਣ ਵਿੱਚ ਪੈ ਜਾਓ, ਫਿਰ ਮਰ ਕੇ ਜੰਮ ਕੇ ਫਿਰ ਮਰ ਕੇ ਇੱਦਾਂ ਹੀ ਖਪੀ ਜਾਓ, ਜੂਨਾਂ ਦੇ ਵਿੱਚ ਪਈ ਜਾਓ, ਸਮਾਂ ਖਰਾਬ ਕਰ ਲਓ ਆਪਦਾ। ਕਦੀ ਇੱਕ ਡੰਡਾ ਪੌੜੀ ਦਾ ਤਾਂ ਤੇ ਇੱਕ ਥਾਂ, ਇੱਥੇ ਹੀ ਬਸ ਅੜੇ ਪਏ ਹੋ। ਪਰ ਮਹਾਰਾਜ ਸਾਹਿਬ ਕਹਿੰਦੇ ਜੇਕਰ ਸਿੱਖੋ ਤੁਸੀਂ ਬਚਣਾ ਹੈ ਨਾ, ਜਿਹੜਾ ਹਉਮੈ ਦਾ ਰੋਗ ਹੈ ਇਹਦਾ ਤੁਹਾਨੂੰ ਦਾਰੂ ਵੀ ਦੇ ਦਿੰਦੇ ਨਾਲ। ਗੁਰ ਕਾ ਸ਼ਬਦ ਕਮਾਹੇ, ਇਹ ਗੁਰੂ ਦੇ ਸ਼ਬਦ ਦੀ ਕਮਾਈ ਕਰ ਲਓ ਇੱਕ ਵਾਰੀ। 5 ਬਾਣੀਆਂ ਤੜਕੇ ਅੰਮ੍ਰਿਤ ਵੇਲੇ, ਵਾਹਿਗੁਰੂ ਸਿਮਰਨ ਦਾ ਅਭਿਆਸ, 8 ਪਹਿਰ ਮੁਖ ਤੇ ਵਾਹਿਗੁਰੂ 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 ਵਾਹਿਗੁਰੂ, ਕਦੀ ਜਾਪ ਨਾ ਵਿਸਰੇ। ਜਦੋਂ ਚੇਤਾ ਆਵੇ ਉਦੋਂ ਚੇਤਾ ਕਰ ਲੈ ਵਾਹਿਗੁਰੂ। ਸੰਧਿਆ ਦੇ ਵੇਲੇ ਰਹਿਰਾਸ ਸਾਹਿਬ, ਰਾਤ ਨੂੰ ਸੌਣ ਵੇਲੇ ਸੋਹਿਲਾ ਸਾਹਿਬ। ਮਹਾਰਾਜ ਸਾਹਿਬ ਕਹਿੰਦੇ ਕਿ ਜੇ ਗੁਰਸਿੱਖੋ ਤੁਸੀਂ ਹੰਕਾਰ ਤੋਂ ਬਚਣਾ ਨਾ, ਆਹ ਦਵਾਈ ਜਿਹੜੀ 3 ਟਾਈਮ ਲਈ ਜਾਓ ਤੇ ਬਚ ਜੂਗੇ। ਜੇ ਇੱਕ ਟਾਈਮ ਦਵਾਈ ਛੁੱਟ ਗਈ ਤੇ ਉਦੋਂ ਹੀ ਹੰਕਾਰ ਦਾ ਰੋਗ ਜਿਹੜਾ ਫਿਰ ਪੈਦਾ ਹੋ ਜਾਣਾ। ਇਹ ਦਵਾਈ ਨਾ ਕਦੀ ਛੱਡਿਓ, ਇਹ ਦਵਾਈ ਜਿਹੜੀ ਇਹ ਪੱਕੀ ਖਾਣੀ ਪੈਣੀ ਤੁਹਾਨੂੰ। ਇਸ ਕਰਕੇ ਮਹਾਰਾਜ ਸਾਹਿਬ ਕਹਿੰਦੇ ਨੇ ਕਿ ਗੁਰ ਕਾ ਸ਼ਬਦ ਕਮਾਏ, ਗੁਰੂ ਦੇ ਸ਼ਬਦ ਰੂਪ ਜਿਹੜੀ ਕਮਾਈ ਕਰਨੀ ਹੈ ਨਾ, ਉਹ ਜਿਹੜੀ ਦਵਾਈ ਧਾਰਨ ਕਰ ਲਾ। ਨਾਨਕ ਕਹੈ ਸੁਨਹੁ ਜਨਹੁ, ਇਤ ਸੰਜਮ ਦੁਖ ਜਾਹੇ। ਸਤਿਗੁਰੂ ਗੁਰੂ ਨਾਨਕ ਦੇਵ ਜੀ ਪ੍ਰਮਾਣ ਕਰਦੇ ਨੇ, ਜਨੋ ਮਨੁੱਖੋ ਗੁਰਸਿੱਖੋ ਸੁਣੋ, ਇਤ ਸੰਜਮ ਦੁਖ ਜਾਏ। ਇਸ ਤਰੀਕੇ ਦੇ ਨਾਲ ਜਿਹੜਾ ਦੁੱਖ ਚਲਾ ਜਾਵੇਗਾ। ਵੇਖੋ ਸੰਗਤ ਜੀ, ਹੁਣ ਗੁਰੂ ਗ੍ਰੰਥ ਸਾਹਿਬ ਜੀ ਦਵਾਈ ਦੇ ਰਹੇ ਨੇ, ਲੱਖਾਂ ਡਾਕਟਰਾਂ ਨੇ ਦਵਾਈ ਦੇ ਦਿੱਤੀ, ਬੜਾ ਕੁਝ ਕਰਕੇ ਵੇਖ ਲਿਆ, ਬੜੀਆਂ ਦਵਾਈਆਂ ਖਾ ਕੇ ਵੇਖ ਲਈਆਂ,
ਦੁੱਖ ਵੀ ਕਈ ਪ੍ਰਕਾਰ ਦੇ ਨੇ, ਜਿਨ੍ਹਾਂ ਨੂੰ ਕਹਿੰਦੇ ਹਨ ਕਿ ਵੈਦ ਨਾ ਭੋਲੇ ਦਾਰੂ ਲਾਏ, ਜਿਹਦੇ ਦੁੱਖ ਦੇ ਉੱਤੇ ਵੈਦ ਵੀ ਕੋਈ ਅਸਰ ਨਹੀਂ ਕਰਦਾ। ਪਰ ਮਹਾਰਾਜ ਸਾਹਿਬ ਕਹਿੰਦੇ ਜਿਹਨੇ ਗੁਰੂ ਦਾ ਸ਼ਬਦ ਕਮਾਇਆ ਨਾ, ਉਹ ਹੰਕਾਰ ਵਰਗੇ ਰੋਗ ਵੀ, ਸਰੀਰ ਦੇ ਰੋਗ ਵੀ, ਸਾਰੇ ਹੀ ਰੋਗ ਦੂਰ ਕਰ ਦਿੰਦੇ ਨੇ ਮਹਾਰਾਜ ਸਾਹਿਬ। ਇਹ ਬੜਾ ਵੱਡਾ ਗੁਰੂ ਦਾ ਸ਼ਬਦ ਕਮਾਈ ਵਾਲਾ ਹੈ, ਪਰ ਕੋਈ ਕਮਾ ਕੇ ਵੇਖੇ ਤੇ ਸਹੀ। ਇਸ ਤਰੀਕੇ ਦੇ ਨਾਲ ਦੁੱਖ ਚਲਾ ਜਾਂਦਾ ਹੈ। ਇਹ ਦੁੱਖ ਇਕੱਲਾ ਹੰਕਾਰ ਦਾ ਨਹੀਂ, ਸਾਰੇ ਦੁੱਖ ਨਿਵਰਤ ਹੋ ਜਾਂਦੇ ਨੇ। ਪਰ 3 ਟਾਈਮ ਦਵਾਈ ਖਾਣੀ ਪਵੇਗੀ ਭਾਈ, ਇਹ ਕਲਗੀਧਰ ਮਹਾਰਾਜ ਦਾ ਹੁਕਮ ਹੈ। ਫਿਰ ਕਿਤੇ ਇਹ ਨਾ ਹੋਵੇ ਕਿ ਤੜਕੇ 5 ਬਾਣੀਆਂ ਪੜ੍ਹ ਲੀਆਂ, ਸ਼ਾਮਾਂ ਵਾਲੀਆਂ 2 ਖੁਰਾਕਾਂ ਖਾਧੀਆਂ ਹੀ ਨਹੀਂ ਤੇ ਕਵੇ ਕਿ ਮੈਂ ਠੀਕ ਨਹੀਂ ਹੋਇਆ। ਇਹ ਤੇ 3 ਟਾਈਮ ਜਿਹੜੀ ਲਾਜ਼ਮੀ ਦਵਾਈ ਖਾਣੀ ਪਵੇਗੀ। ਤੇ ਫਿਰ ਕਿਤੇ ਸਤਿਗੁਰੂ ਦੀ ਅੱਗੇ ਬੇਨਤੀ ਕਰੇ, ਫਿਰ ਗੁਰਸਿੱਖਾਂ ਨੂੰ ਦੱਸੇ ਕਿ ਮੈਂ ਦਵਾਈ ਖਾਧੀ, ਮੈਨੂੰ ਬੜਾ ਜ਼ਿਆਦਾ ਰਮਾਨ ਆਇਆ, ਮੇਰੇ ਸਾਰੇ ਦੁੱਖ ਹੀ ਚਲੇ ਗਏ। ਇਹ ਗੁਰੂ ਦਾ ਸ਼ਬਦ ਬੜੀ ਕਰਾਮਾਤ ਹੈ ਸੰਗਤ ਜੀ, ਬੜੀ ਕਿਰਪਾ ਵਾਲਾ ਸ਼ਬਦ ਹੈ ਗੁਰੂ ਦਾ। ਕੋਈ ਕਮਾ ਕੇ ਵੇਖੇ ਆਪਦੇ ਜੀਵਨ ਦੇ ਵਿੱਚ, ਸਾਰੇ ਦੁੱਖ ਚਲੇ ਜਾਂਦੇ ਹਨ। ਪੌੜੀ ਸੇਵ ਕੀਤੀ ਸੰਤੋਖੀ, ਜਿਨੀ ਸੱਚੋ ਸੱਚ ਧਿਆਇਆ। ਮਹਾਰਾਜ ਸਾਹਿਬ ਕਹਿੰਦੇ ਗੁਰਸਿੱਖਾਂ ਨੇ ਫਿਰ ਕੀ ਕੀਤਾ? ਸੇਵਾ ਕੀਤੀ ਗੁਰੂ ਘਰ ਦੀ। ਸੇਵਾ ਵੀ 3 ਪ੍ਰਕਾਰ ਦੀ ਮੰਨੀ ਹੈ, ਕੋਈ ਤਨ ਕਰਕੇ ਕਰਦਾ, ਕੋਈ ਮਨ ਕਰਕੇ, ਕੋਈ ਧਨ ਕਰਕੇ। ਇਸ ਪ੍ਰਕਾਰ ਹੈ ਜਿਵੇਂ ਜੀਵ ਘਰੋਂ ਤੁਰਦਾ ਮਨ ਕਰਕੇ ਤੁਰਦਾ ਕਿ ਮੈਂ ਗੁਰੂ ਘਰ ਜਾਣਾ, ਇਹ ਗੁਰੂ ਘਰ ਦੀ ਸੇਵਾ ਭਾਈ। ਕਿ ਮਨ ਕਰਕੇ ਤੁਰਿਆ ਗੁਰੂ ਘਰ, ਮਨ ਕੀਤਾ ਗੁਰੂ ਵੱਲ, ਆਪਣੇ ਗੁਰੂ ਵੱਲ ਮੁਖ ਕੀਤਾ। ਫਿਰ ਕੀ ਕੀਤਾ ਕਿ ਹੱਥ ਦੇ ਵਿੱਚ ਮਾਇਆ ਫੜ ਲਈ। ਕਿ ਕਹਿੰਦੇ ਕਿ ਗੁਰੂ ਕੋਲ ਜਦੋਂ ਜਾਣਾ ਉਦੋਂ ਖਾਲੀ ਹੱਥ ਨਹੀਂ ਜਾਣਾ ਚਾਹੀਦਾ। ਭਾਵੇਂ ਤਿਲ ਫੁੱਲ ਹੀ ਲੈ ਲਓ, ਕੋਈ ਫੁੱਲ ਹੀ ਲੈ ਲਓ ਹੱਥ ਦੇ ਵਿੱਚ, ਕੋਈ ਛੋਟੀ ਚੀਜ਼ ਲੈ ਲਓ, ਕਿਉਂਕਿ ਗੁਰੂ ਮਾਇਆ ਦਾ ਭੁੱਖਾ ਨਹੀਂ, ਗੁਰੂ ਦੇ ਪ੍ਰੇਮ ਦਾ ਭੁੱਖਾ ਹੈ। ਪ੍ਰੇਮ ਇਹ ਹੈ ਕਿ ਗੁਰੂ ਦੇ ਕੋਲ ਕੋਈ ਨਾ ਕੋਈ ਭੇਟਾ ਲੈ ਕੇ ਜ਼ਰੂਰ ਜਾਣੀ ਚਾਹੀਦੀ ਹੈ। ਕੁਝ ਲੈ ਕੇ ਆਓ, ਭਾਵੇਂ 1 ਰੁਪਈਆ ਲੈ ਆਓ, ਕੁਝ ਨਾ ਕੁਝ ਤਿਲ ਫੁੱਲ ਜ਼ਰੂਰ ਲੈ ਕੇ ਆਉਣਾ ਚਾਹੀਦਾ। ਗ੍ਰੰਥੀ ਸਿੰਘ ਵੀ ਅਰਦਾਸ ਕਰਦੇ ਹਨ ਕਿ ਮਹਾਰਾਜ ਸਾਹਿਬ ਜੀ ਤਿਲ ਫੁੱਲ ਭੇਟਾ ਪ੍ਰਵਾਨ ਕਰਨ। ਇਹ ਤਾਂ ਹੀ ਕਰਦੇ ਨੇ ਕਿਉਂਕਿ ਗੁਰੂ ਘਰ ਦੀ ਧੁਰ ਤੋਂ ਮਰਿਆਦਾ ਰਹੀ ਹੈ, ਗੁਰਸਿੱਖਾਂ ਦੀ ਮਰਿਆਦਾ ਰਹੀ ਹੈ ਕਿ ਜਦੋਂ ਵੀ ਗੁਰੂ ਦੇ ਦਰਸ਼ਨ ਕਰਨ ਜਾਣਾ ਉਦੋਂ ਕੋਈ ਨਾ ਕੋਈ ਭੇਟਾ ਲੈ ਕੇ ਜਾਣੀ ਹੈ। ਜਦੋਂ ਵੀ ਗੁਰੂ ਘਰ ਆਉਣਾ ਕੋਈ ਨਾ ਕੋਈ ਭੇਟਾ ਲੈ ਕੇ ਆਉਣੀ। ਇਹ ਧਨ ਕਰਕੇ ਸੇਵਾ ਹੈ, ਇਹ ਤਨ ਕਰਕੇ ਸੇਵਾ ਹੈ ਕਿ ਮਹਾਰਾਜ ਸਾਹਿਬ ਨੂੰ ਸਤਿਕਾਰ ਦੇ ਨਾਲ ਮੱਥਾ ਟੇਕਣਾ, ਡੰਡੌਤ ਕਰਨੀ, ਬੰਦਨਾ ਅਰਚਨ ਕਰਨੀ, ਪਰਿਕਰਮਾ ਕਰਨੀ, ਗੁਰੂ ਕੇ ਸਿੱਖਾਂ ਨੂੰ ਫਤਿਹ ਬੁਲਾਉਣੀ। ਫਿਰ ਮਹਾਰਾਜ ਸਾਹਿਬ ਦੀ ਜਿਹੜੀ ਦਰਬਾਰ ਦੀ ਸਫਾਈ ਹੋਣ ਵਾਲੀ, ਕੋਈ ਬਾਰੀਆਂ ਬੂਹੇ ਸਾਫ਼ ਕਰਨ ਵਾਲੇ, ਝਾੜੂ ਫੇਰਨ ਵਾਲਾ, ਇਹ ਧਨ ਦੀ ਸੇਵਾ ਹੈ। ਤੇ ਸਤਿਗੁਰੂ ਜੀ ਉਹਨਾਂ ਗੁਰਸਿੱਖਾਂ ਦੀ ਬਾਬਤ ਦੱਸਦੇ ਨੇ, ਸੇਵ ਕੀਤੀ ਸੰਤੋਖੀ। ਉਹਨਾਂ ਸੰਤੋਖੀ ਗੁਰਮੁਖਾਂ ਨੇ ਸੇਵਾ ਕੀਤੀ ਜਿਨ੍ਹਾਂ ਨੇ ਕਦੇ ਤ੍ਰਿਸ਼ਨਾ ਨਹੀਂ ਰੱਖੀ, ਜਿੰਨਾ ਮਿਲ ਗਿਆ ਉਹਨਾਂ ਖਾਧਾ, ਕਦੀ ਗਾਂਹ ਨਹੀਂ ਵਧੇ ਕਿ ਹੋਰ ਕਮਾ ਲਈਏ। ਕਹਿੰਦੇ ਮਹਾਰਾਜ ਸਾਹਿਬ ਇੰਨੇ ਹੀ ਠੀਕ ਨੇ, ਜਿੰਨੇ ਤੁਸੀਂ ਦੇਤੇ ਇੰਨੇ ਹੀ ਵਾਧੂ ਨੇ। ਬਹੁਤੀ ਭੁੱਖ ਵਿਖਾਇਆ ਤੇ ਫਿਰ ਵਿਕਾਰ ਹੀ ਪੈਦਾ ਹੋਣਗੇ। ਜਿਨੀ ਸੱਚੋ ਸੱਚ ਧਿਆਇਆ, ਮਹਾਰਾਜ ਸਾਹਿਬ ਕਹਿੰਦੇ ਨੇ ਸੇਵਾ ਉਹਨਾਂ ਸੰਤੋਖੀਆਂ ਨੇ ਕੀਤੀ ਹੈ ਜਿਨ੍ਹਾਂ ਨੇ ਨਿਸ਼ਚੈ ਕਰਕੇ ਸੱਚੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਨ ਫੜੀ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਰਾਧਿਆ ਧਿਆਇਆ ਹੈ। ਓਨੀ ਮੰਦੇ ਪੈਰ ਨਾ ਰੱਖਿਓ, ਕਰ ਸੁਕ੍ਰਿਤ ਧਰਮ ਕਮਾਇਆ। ਸੰਗਤ ਜੀ ਸਤਿਗੁਰੂ ਜੀ ਫਰਮਾਨ ਕਰਦੇ ਨੇ, ਜਿਹਨੇ ਇੱਕ ਦੀ ਸੇਵਾ ਕਰ ਲਈ ਨਾ, ਸੰਤੋਖੀ ਜੀਵਨ ਧਾਰਨ ਕਰ ਲਿਆ, ਨਿਸ਼ਚੈ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜ ਗਿਆ, ਫਿਰ ਉਹ ਜੀਵ ਕਦੀ ਮੰਦਾ ਪੈਰ ਨਾ ਰੱਖਿਓ। ਨਾ ਤੇ ਉਹਦੇ ਧੀਆਂ ਪੁੱਤ ਕਦੀ ਮਾੜੇ ਥਾਂ ਤੇ ਪੈਰ ਰੱਖਣ, ਉਹਨੇ ਤੇ ਫਿਰ ਕੀ ਰੱਖਣੇ, ਗਾਂ ਪੀੜ੍ਹੀਆਂ ਹੀ ਸੁਧਰ ਜਾਂਦੀਆਂ ਨੇ। ਜਿਹਨੇ ਇੱਕ ਦੀ ਸੇਵਾ ਕਰ ਲਈ, ਸੰਤੋਖੀ ਬਣ ਗਿਆ, ਯਕੀਨ ਦੇ ਨਾਲ ਸੱਚੇ ਨੂੰ ਅਰਾਧ ਲਿਆ ਨਾ, ਨਿਸ਼ਚਾ ਕਰ ਲਿਆ ਕਿ ਮਹਾਰਾਜ ਸਾਹਿਬ ਜੀ ਸੀਸ ਜਿਹੜਾ ਹੁਣ ਤੇਰਾ ਹੀ ਹੈ, ਮੇਰਾ ਕੁਝ ਨਹੀਂ ਮੇਰੇ ਵਿੱਚ। ਜਦੋਂ ਇਹ ਸੋਚ ਲਿਆ ਫਿਰ ਮਹਾਰਾਜ ਕਹਿੰਦੇ ਉਹਨੇ ਮੰਦਾ ਪੈਰ ਨਾ ਰੱਖਿਓ। ਉਹਨੇ ਕਦੀ ਫਿਰ ਮਾੜੇ ਥਾਂ ਤੇ ਪੈਰ ਨਹੀਂ ਰੱਖਿਆ, ਭਾਵੇਂ ਦੁਨਿਆਵੀ ਤੌਰ ਤੇ ਹੋਵੇ ਭਾਵੇਂ ਆਤਮਿਕ ਤੌਰ ਤੇ ਹੋਵੇ, ਫਿਰ ਉਹਨੇ ਕਦੀ ਮਾੜੇ ਥਾਂ ਤੇ ਪੈਰ ਨਹੀਂ ਰੱਖਿਆ। ਕਰ ਸੁਕ੍ਰਿਤ ਧਰਮ ਕਮਾਇਆ, ਸ੍ਰੇਸ਼ਟ ਕਿਰਤ ਕੀਤੀ। ਅਬ ਕਲੂ ਆਇਓ ਰੇਕ ਨਾਮ ਬੂਵਹੁ ਬੂਵਹੁ, ਇੰਨੀ ਸ੍ਰੇਸ਼ਟ ਖੇਤੀ ਕੀਤੀ ਕਿ ਬੀਜ ਨਾਮ ਦਾ ਬੋ ਦਿੱਤਾ। ਹੋਰ ਕੋਈ ਨਾਂ, ਹੋਰ ਕੋਈ ਬੀਜ ਬੋਇਆ ਹੀ ਨਹੀਂ। ਜਿਹੜਾ ਬੀਜ ਬੀਜਿਆ ਨਾਮ ਦਾ ਹੀ ਬੀਜ ਬੀਜਤਾ ਕਿ ਉੱਗੂ ਤੇ ਇਕੱਲਾ ਨਾਮ ਹੀ ਉੱਗੂ ਜੀ, ਹੋਰ ਕੋਈ ਬੀਜਾਂਗੇ ਫਿਰ ਹੀ ਉੱਗੂਗਾ। ਕਰ ਸੁਕ੍ਰਿਤ ਧਰਮ ਕਮਾਇਆ, ਫਿਰ ਸ੍ਰੇਸ਼ਟ ਖੇਤੀ ਕੀਤੀ ਧਰਮ ਦੀ।
ਧਰਮ ਨੂੰ ਆਪਦੇ ਜੀਵਨ ਦੇ ਵਿੱਚ ਕਮਾ ਲਿਆ। ਓਨੀ ਦੁਨੀਆ ਤੋੜੇ ਬੰਧਨਾ, ਅੰਨ ਪਾਣੀ ਥੋੜਾ ਖਾਇਆ। ਉਹਨਾਂ ਨੇ ਗੁਰਸਿੱਖਾਂ ਨੇ ਕੀ ਕੀਤਾ ਫਿਰ? ਜਦੋਂ ਪੈਰ ਨੇ ਕੋਈ ਮਾੜੀ ਥਾਂ ਤੇ ਰੱਖਿਆ, ਸ੍ਰੇਸ਼ਟ ਧਰਮ ਦੀ ਕਮਾਈ ਕੀਤੀ, ਉਹਨਾਂ ਨੇ ਦੁਨੀਆ ਦੇ ਜਿਹੜੇ ਸੰਸਾਰ ਦੇ ਮਾਇਆ ਦੇ ਬੰਧਨ ਸੀ ਨਾ, ਉਹ ਤੋੜਤੇ। ਇਹ ਨਹੀਂ ਕਿ ਪਰਿਵਾਰ ਨੂੰ ਹੀ ਛੱਡ ਕੇ ਜੰਗਲਾਂ ਵਿੱਚ ਚਲਾ ਗਿਆ। ਦੁਨੀਆ ਦੇ ਜਿਹੜੇ ਸੰਸਾਰ ਦੇ ਵਿੱਚ ਬੰਧਨ ਪਏ ਨੇ, ਕਿ ਧੀਆਂ ਪੁੱਤਰਾਂ ਦਾ ਜ਼ਿਆਦਾ ਹੀ ਮੋਹ ਕਰਨਾ। ਇਹ ਨਹੀਂ ਕਿ ਭਾਈ ਧੀਆਂ ਪੁੱਤਰ ਪਾਲਣੇ ਨੇ, ਆਪਣੇ ਨੇ, ਜੇ ਜਾਏ ਨੇ ਤੇ ਫਿਰ ਪਾਲਣੇ ਵੀ ਆਪਾਂ ਹੀ ਨੇ। ਪਰ ਇਹ ਨੇ ਕਿ ਉਹਨਾਂ ਦੇ ਵਿੱਚ ਖਚਤ ਨਹੀਂ ਹੋਣਾ, ਕਿ ਉਹਨਾਂ ਨੂੰ ਹੀ ਪ੍ਰੇਮ ਪਿਆਰ ਕਰੀ ਜਾਈਏ, ਵਾਹਿਗੁਰੂ ਦਾ ਨਾਮ ਹੀ ਨਾ ਜਪੀਏ, ਨਾ ਉਹਨਾਂ ਨੂੰ ਗੁਰਸਿੱਖੀ ਦੇ ਲੜ ਲਾਈਏ। ਜਿਹੜੀ ਚੀਜ਼ ਮੰਗਣ ਮਿੰਟਾਂ 'ਚ ਲਿਆ ਕੇ ਫੜਾ ਦਈਏ, ਪਰ ਉਹਨਾਂ ਨੂੰ ਇਹ ਨਾ ਦੱਸੀਏ ਕਿ ਚੀਜ਼ ਦਿੱਤੀ ਕਿਹਨੇ ਹੈ। ਇਹ ਦੁਨੀਆ ਦੇ ਬੰਧਨ ਨੇ ਸਾਰੇ। ਮਹਾਰਾਜ ਸਾਹਿਬ ਕਹਿੰਦੇ ਉਹਨਾਂ ਨੇ ਕਦੀ ਮਾੜੀ ਥਾਂ ਤੇ ਪੈਰ ਨਹੀਂ ਰੱਖਿਆ, ਤੇ ਜਿਹੜੇ ਸੰਸਾਰ ਦੇ ਮੋਹ ਮਾਇਆ ਦੇ ਬੰਧਨ ਨੇ, ਇਹਨਾਂ ਨੂੰ ਤੋੜ ਦਿੱਤਾ। ਅੰਨ ਪਾਣੀ ਥੋੜਾ ਖਾਇਆ, ਤੇ ਥੋੜਾ ਫਿਰ ਅੰਨ ਜਲ ਛਕਿਆ, ਕਿਉਂਕਿ ਜੈਸਾ ਅੰਨ ਵੈਸਾ ਮਨ। ਜੇ ਜ਼ਿਆਦਾ ਖਾਵਾਂਗੇ ਫਿਰ ਸਾਰੀ ਦਿਹਾੜੀ ਸੁੱਤੇ ਰਵਾਂਗੇ, ਅੰਮ੍ਰਿਤ ਵੇਲੇ ਨਹੀਂ ਜਾਗ ਸਕਦੇ। ਫਿਰ ਜੇ ਥੋੜਾ ਸੀਮਤ ਪ੍ਰਸ਼ਾਦਾ ਛਕਾਂਗੇ, ਕਿਉਂਕਿ ਜਿਹੜਾ ਸਰੀਰ ਹੈ ਇਹ ਤੇ ਵੱਧ ਤੋਂ ਵੱਧ ਕਿਤੇ 100 ਗ੍ਰਾਮ ਪਚਾ ਜਾਂਦਾ ਹੋਊਗਾ ਅੰਦਰ ਪ੍ਰਸ਼ਾਦਾ, ਕਿਉਂਕਿ ਇਹ ਜ਼ਿਆਦਾ ਭੋਜਨ ਨਹੀਂ ਪਚਾ ਸਕਦਾ ਇੱਕੋ ਟਾਈਮ ਜਿਹੜਾ ਖਾਧਾ ਹੋਵੇ। ਇਹ ਤੇ ਜਦੋਂ ਜੀਵ ਮਨੁੱਖ ਖਾਂਦਾ ਹੈ, ਜ਼ਿਆਦਾ ਭੋਜਨ ਖਾ ਲੈਂਦਾ, ਫਿਰ ਮੋਟਾਪਾ ਪੈਦਾ ਹੋ ਜਾਂਦਾ। ਮੋਟਾਪੇ ਦੇ ਨਾਲ ਫਿਰ ਸੁਸਤੀ ਪੈਣ ਲੱਗ ਪੈਂਦੀ, ਗੁਰੂ ਘਰ ਆਉਣ ਨੂੰ ਜੀ ਨਹੀਂ ਕਰਦਾ, ਹੰਕਾਰ ਵਿਕਾਰ ਜਾਗੀ ਜਾਂਦਾ। ਫਿਰ ਕਹੀਏ ਕਿ ਬੈੱਡ 'ਤੇ ਬੈਠਾ ਫੋਨ ਹੀ ਵੇਖੀ ਜਾਂਦਾ, ਕਿ ਇੱਥੇ ਗੁਰੂ ਘਰ ਦਰਸ਼ਨ ਕਰ ਲੈਂਦੇ, ਹੋਰ ਗੁਰੂ ਘਰ ਕੀ ਜਾਣਾ। ਹੁਣ ਸਰੀਰ ਜਿਹੜਾ ਹੈ ਉਹ ਭਾਰਾ ਹੋ ਗਿਆ ਜ਼ਿਆਦਾ। ਇਸ ਕਰਕੇ ਮਹਾਰਾਜ ਸਾਹਿਬ ਕਹਿੰਦੇ ਨੇ, ਗੁਰਸਿੱਖੋ ਅੰਨ ਪਾਣੀ ਥੋੜਾ ਖਾਇਆ, ਥੋੜਾ ਅੰਨ ਪਾਣੀ ਖਾਓ, ਜਿਹਦੇ ਨਾਲ ਹੰਕਾਰ ਵਿਕਾਰ ਨਾ ਪੈਦਾ ਹੋਣ, ਦੁਨੀਆ ਦੇ ਬੰਧਨ ਨਾ ਪੈਣ। ਇਸ ਕਰਕੇ ਜਿਹੜਾ ਅੰਨ ਪਾਣੀ ਇਹ ਥੋੜਾ ਛਕਣਾ ਚਾਹੀਦਾ ਹੈ। ਤੂੰ ਬਖਸ਼ੀਸੀ ਅਗਲਾ, ਨਿਤ ਦੇਵਹਿ ਚੜ੍ਹੈ ਸਵਾਇਆ। ਇਹ ਤੇ ਵਾਹਿਗੁਰੂ ਦੀ ਬਖਸ਼ੀਸ਼ ਹੀ ਹੈ। ਅਗਲਾ ਕਹੀਏ ਕਿ ਅਨਾਲ ਤੋਂ ਹੀ ਮਹਾਰਾਜ ਸਾਹਿਬ ਦਿੰਦੇ ਆ ਰਹੇ ਨੇ, ਇਹ ਨਹੀਂ ਕਿਤੇ ਹੁਣ ਵੇਖਿਆ ਅਸੀਂ ਤੇ ਹੁਣ ਹੀ ਦੇਣ ਲੱਗੇ। ਇਹ ਤੇ ਸਤਿਗੁਰੂ ਜੀ ਕਹਿੰਦੇ ਨੇ, ਜਦੋਂ ਸਤਿਯੁਗ ਸੀ ਉਦੋਂ ਤੋਂ ਪਹਿਲੋਂ ਦੀ ਕਈ ਗੁਣਾ, ਕਈ ਯੁੱਗਾਂ ਪਹਿਲੋਂ ਦੀ ਮਹਾਰਾਜ ਸਾਹਿਬ ਇਸੇ ਤਰ੍ਹਾਂ ਹੀ ਬਖਸ਼ਿਸ਼ਾਂ ਕਰਦੇ ਹੁੰਦੇ ਨੇ। ਇੰਨੀ ਤੇ ਕਿਸੇ ਨੂੰ ਸੋਝੀ ਨਹੀਂ ਕਦੋਂ ਦੀ ਅਕਾਲ ਪੁਰਖ ਦੀ ਬਖਸ਼ਿਸ਼ ਚੱਲੀ ਆ ਰਹੀ ਹੈ। ਇਹ ਤੇ ਮਹਾਰਾਜ ਸਾਹਿਬ ਨੇ ਸੰਸਾਰ ਰਚਨ ਤੋਂ ਪਹਿਲੋਂ ਵੀ ਬਖਸ਼ਿਸ਼ਾਂ ਇਸੇ ਪ੍ਰਕਾਰ ਹੀ ਕੀਤੀਆਂ। ਹੁਣ ਮਹਾਰਾਜ ਸਾਹਿਬ ਜੀ ਬ੍ਰਹਮੇ ਵਿਸ਼ਨੂੰ ਸ਼ਿਵ ਜੀ ਦੇ ਤੁੱਠੇ ਬਖਸ਼ਿਸ਼ ਹੀ ਕੀਤੀ। ਉਹਨਾਂ ਤੇ ਇੰਨੀ ਵੱਡੀ ਡਿਊਟੀ ਲਾ ਦਿੱਤੀ, ਸੰਸਾਰ ਨੂੰ ਪੈਦਾ ਕਰ, ਰੋਜੀ ਰੋਟੀ ਦੇ, ਮਾਰਦੇ। ਇਹ ਜਿਹੜੇ 3 ਦੇਵਤਿਆਂ ਨੇ ਡਿਊਟੀਆਂ ਲਾਈਆਂ, ਮਹਾਰਾਜ ਨੇ ਬਖਸ਼ਿਸ਼ ਦੇ ਨਾਲ ਹੀ ਲਾਈਆਂ ਨੇ। ਨਿਤ ਦੇਵੈ ਚੜ੍ਹੈ ਸਵਾਇਆ। ਪਰ ਜਿਹੜੀ ਮਹਾਰਾਜ ਸਾਹਿਬ ਇੱਕ ਵਾਰੀ ਬਖਸ਼ਿਸ਼ ਦੇ ਦੇਣ, ਫਿਰ ਜਿਹੜਾ ਜੀਵ ਉਹ 'ਤੇ ਅਮਲ ਕਰ ਲੈਣਾ। ਹੁਣ ਸਾਨੂੰ ਸਭ ਤੋਂ ਵੱਡੀ ਬਖਸ਼ਿਸ਼ ਦਿੱਤੀ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਸਾਹਿਬ ਦੀ ਬਖਸ਼ਿਸ਼ ਕਰਤੀ। ਗੁਰਸਿੱਖੋ ਜੇ ਰੱਬ ਨੂੰ ਮਿਲਣਾ ਹੈ, ਜੇ ਕਿਤੇ ਰੱਬ ਨਹੀਂ ਵੇਖਿਆ ਤੇ ਗੁਰੂ ਘਰ ਚਲ ਜਾਓ, ਰੱਬ ਵੇਖ ਜੂਗਾ। ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰ ਲਓ ਇੱਕ ਵਾਰੀ ਗੁਰੂ ਦੀ ਸਾਧ ਸੰਗਤ ਦੇ। ਨਿਤ ਦੇਵੈ ਚੜ੍ਹੈ ਸਵਾਇਆ। ਫਿਰ ਜਦੋਂ ਜਿਹੜੀ ਦਾਤ ਦੇ ਦਿੱਤੀ ਇੱਕ ਵਾਰੀ ਵਾਹਿਗੁਰੂ ਨੇ, ਉਹ ਸਵਾਇਆ ਕਹੀਏ ਕਿ ਫਿਰ 2 ਗੁਣਾ ਵੱਧ, 4 ਗੁਣਾ ਵੱਧ ਫਲਦੀ ਹੈ। ਜਿਵੇਂ ਗੁਰਸਿੱਖ ਪ੍ਰਸ਼ਾਦਾ ਛਕਣ ਲੱਗੇ ਕਹਿੰਦੇ ਨੇ ਕਿ ਸਵਾਇਆ ਗੱਫਾ ਦੇ। ਉਹ ਗੱਫਾ ਸਵਾਇਆ ਤਾਂ ਕਹਿੰਦੇ ਨੇ ਕਿਉਂਕਿ ਖਾਲਸੇ ਦਾ ਬੋਲਾ ਵੱਡਾ ਹੈ। ਅਸਲੀ ਅਰਥ ਦੇ ਸਵਾਇਆ ਦਾ ਜ਼ਿਆਦਾ ਹੈ, ਪਰ ਖਾਲਸਾ ਜਿਹੜਾ ਇਹ ਬੋਲਾ ਥੋੜ੍ਹਾ ਜਿਹਾ ਵੱਡਾ ਰੱਖਦਾ ਹੈ। ਇਸ ਕਰਕੇ ਥੋੜ੍ਹੇ ਨੂੰ ਇਹ ਜ਼ਿਆਦਾ ਕਹਿੰਦੇ ਨੇ, ਛੋਲਿਆਂ ਨੂੰ ਇਹ ਬਦਾਮ ਕਹਿੰਦੇ ਨੇ। ਇਸ ਪ੍ਰਕਾਰ ਇਹ ਖਾਲਸੇ ਦੇ ਬੋਲੇ ਹੀ ਵੱਡੇ ਨੇ ਥੋੜ੍ਹੇ। ਨਿਤ ਦੇਵਹਿ ਚੜ੍ਹੈ ਸਵਾਇਆ। ਮਹਾਰਾਜ ਸਾਹਿਬ ਕਹਿੰਦੇ ਨੇ, ਜਿਹੜੀ ਇੱਕ ਵਾਰੀ ਵਾਹਿਗੁਰੂ ਨੇ ਦਾਤ ਦੇ ਦਿੱਤੀ ਨਾ, ਬਖਸ਼ਿਸ਼ ਕਰਤੀ, ਉਹ ਦੂਣੀ ਚੌਣੀ ਸਵਾਇਆ ਵੱਧਦੀ ਹੈ। ਵਡਿਆਈ ਵੱਡਾ ਪਾਇਆ। ਉਹਦੀ ਵਡਿਆਈ ਕਰ ਕਰਕੇ ਹੀ ਫਿਰ ਵੱਡੇ ਨੂੰ ਪਾ ਲਈਦਾ ਭਾਈ। ਇਸ ਕਰਕੇ ਸੰਤੋਖੀ ਜੀਵਨ ਧਾਰਨ ਕਰਨਾ ਚਾਹੀਦਾ ਹੈ। ਗੁਰੂ ਦੀ ਸੇਵਾ ਤੋਂ ਬਗੈਰ ਇੱਕ ਪੈਰ ਨਹੀਂ ਪੁੱਟਣਾ ਚਾਹੀਦਾ। ਮਨ ਕਰਕੇ ਸੇਵਾ ਕਰੀ ਜਾਓ ਭਾਈ। ਜੇ ਅੰਮ੍ਰਿਤ ਵੇਲੇ ਗੁਰੂ ਘਰ ਹੋ ਗਏ, ਫਿਰ ਮਨ ਕਰਕੇ ਸੇਵਾ ਕੀ ਕਿ ਹੰਕਾਰ ਵਿਕਾਰ ਨਾ ਜਾਗੇ। ਜੇ ਕਿਤੇ ਪਤੀ ਸਤੀ ਦੀ ਲੜਾਈ ਹੁੰਦੀ ਕੋਈ, ਇੱਕ ਜਣਾ ਚੁੱਪ ਕਰ ਜਾਓ ਭਾਈ, ਕਿਉਂਕਿ ਆਪਦੇ ਪੈਰ ਤੇ ਆਪ ਕੁਹਾੜੀ ਮਾਰਨ ਦਾ ਕੋਈ ਫਾਇਦਾ ਨਹੀਂ। ਤੜਕੇ ਉੱਠੇ 2:30 ਵਜੇ, ਉੱਠਣ ਨੂੰ ਜੀ ਨਹੀਂ ਕਰਦਾ, ਪਰ ਮਹਾਂ ਉੱਠੇ, ਇਸ਼ਨਾਨ ਕੀਤਾ ਬੜੇ ਵਕਤਾਂ ਦੇ ਨਾਲ, ਬੜੀ ਮਿਹਨਤ ਕਮਾਈ ਕੀਤੀ, ਬਾਣੀ ਪੜ੍ਹੀ, ਨੀਂਦ ਆਉਣ ਲੱਗ ਪਈ ਬਾਣੀ ਪੜ੍ਹਦੇ ਪੜ੍ਹਦੇ। ਪਰ ਜੀ ਕੀਤਾ ਕਿ ਬਾਣੀ ਪੜ੍ਹਨੀ, 5 ਬਾਣੀਆਂ ਪੂਰੀਆਂ ਕਰਨੀਆਂ ਨੇ। ਬਾਣੀਆਂ ਵੀ ਪੜ੍ਹ ਲਈਆਂ,
ਗੁਰੂ ਘਰ ਆ ਗਏ, ਗੁਰੂ ਕੀ ਸਾਰ ਸੰਗਤ ਕਰ ਲਈ, ਪਰ ਜਦੋਂ ਘਰੇ ਗਏ ਜਾਂ ਬੱਚੇ ਨਾਲ ਲੜ ਪਏ ਕਿਸੇ ਨਾਲ, ਜਾਂ ਪਤੀ ਸਤੀ ਨਾਲ ਲੜ ਪਏ, ਉਹ ਜਿੰਨਾ ਵੀ ਕਮਾਈ ਕੀਤੀ ਸਾਰੀ ਵਿਅਰਥ ਗਈ। ਐਨੀ ਤੜਕੇ ਵੀ ਉੱਠੇ, ਨੀਂਦ ਵੀ ਖਰਾਬ ਕੀਤੀ, ਇੰਨਾ ਕੁਝ ਕੀਤਾ, ਤੇ ਕੀ ਕੀਤਾ ਕਿ ਆਪਦੇ ਪੈਰ ਤੇ ਆਪ ਵੀ ਕੁਹਾੜੀ ਮਾਰ ਲਈ, ਕੀਤਾ ਕਰਾਇਆ ਸਾਰਾ ਹੀ ਖੂਹ ਪਾ ਦਿੱਤਾ। ਕਿ ਕ੍ਰੋਧ ਆ ਗਿਆ ਵਿੱਚ, ਕਿ ਆਪਸ ਵਿੱਚ ਲੜ ਪਏ। ਕਿਹਾ ਕਿ ਤੂੰ ਪਾਠ ਕਰਦਾ ਹੈ, ਵੇਲੇ ਨਾਲ ਉੱਠ ਪੈਂਦਾ ਹੈ, ਕਿਸੇ ਨੂੰ ਕੁਝ ਕਿਹਾ, ਕੁਝ ਲਾਹਨਤਾਂ ਪਾਤੀਆਂ, ਜਿਵੇਂ ਗ੍ਰਸਤੀ ਜੀਵਨ ਦੇ ਵਿੱਚ ਲੜਾਈਆਂ ਹੁੰਦੀਆਂ ਨੇ। ਪਰ ਸੰਗਤ ਜੀ ਜਦੋਂ ਇਹ ਲੜਾਈ ਹੋ ਗਈ ਨਾ, ਜਿੰਨੀ ਵੀ ਕਮਾਈ ਕੀਤੀ ਸਾਰੀ ਵਿਅਰਥ ਚਲ ਜਾਂਦੀ ਹੈ। ਗੁਰਬਾਣੀ ਲਾਭ ਤੇ ਦੇ ਜਾਂਦੀ ਹੈ, ਪਰ ਜਿਹੜਾ ਜੀਵਨ ਇਹ ਤੇ ਫਰਕ ਪੈ ਜਾਂਦਾ। ਇਸ ਕਰਕੇ ਜੇ ਗੁਰੂ ਘਰ ਆਏ ਹੋ, ਫਿਰ ਸਾਰਾ ਜੀਵਨ ਵੀ ਆਪਦਾ ਸਾਰਾ ਦਿਨ ਸੁਧਾਰੋ। ਘੱਟ ਬੋਲੋ, ਘੱਟ ਖਾਓ। ਜੇ ਕਿਸੇ ਨਾਲ ਬਹੁਤਾ ਬੋਲਾਂਗੇ ਤੇ ਓਨੇ ਹੀ ਫਿਰ ਹੰਕਾਰ, ਵਿਕਾਰ, ਵਿਵਾਦ ਪੈਦਾ ਹੋਣਗੇ, ਝਗੜੇ ਵੀ ਓਨੇ ਹੀ ਪੈਦਾ ਹੋਣਗੇ। ਨਿੰਦਿਆ ਚੁਗਲੀ ਤੋਂ ਬਚੋ। ਜੇ ਕੋਈ ਮਾਈ ਚੁਗਲੀ ਕਰਦੀ, ਉਹ ਤੋਂ ਉੱਠ ਕੇ ਪਰੇ ਚੱਲ ਜਾਓ। ਇਹ ਸੰਗਤ ਜੀ, ਜੇ ਹੁਣ ਤੁਸੀਂ ਗੁਰੂ ਘਰ ਬੈਠੇ ਹੋ, ਨੀਂਦ ਖਰਾਬ ਕਰਕੇ ਆਪਦੀ, ਫਿਰ ਕੁਝ ਲਾਭ ਵੀ ਪ੍ਰਾਪਤ ਕਰੋ। ਹੁਣ ਗੁਰੂ ਘਰ ਬੈਠੇ ਹੋ, ਗੁਰੂ ਦੀ ਸਾਧ ਸੰਗਤ ਹੋ ਗਈ, ਬੜਾ ਆਨੰਦ ਵੱਜ ਗਿਆ, ਮਹਾਰਾਜ ਨੇ ਕਿਰਪਾ ਕਰਤੀ। ਅੱਜ ਕੱਲ੍ਹ ਨੂੰ ਕਿਰਪਾ ਤਾਂ ਹੋਵੇਗੀ ਜੇ ਪਿੱਛੇ ਕੁਝ ਹੋਵੇਗਾ ਤੇ ਹੋਰ। ਜੇ ਨਵੇਂ ਕੱਲ੍ਹ ਨੂੰ ਫਿਰ ਖਾਲੀ ਭਾਂਡਾ ਹੀ ਲੈ ਕੇ ਆ ਗਏ, ਤੇ ਜੇ ਭਾਂਡੇ ਵਿੱਚ ਭਾਈ ਪਹਿਲੋਂ ਅੱਜ ਸਤਿਗੁਰਾਂ ਨੇ ਦਾਤ ਦਿੱਤੀ, ਉਹ ਵੀ ਭਾਂਡੇ ਵਿੱਚ ਹੀ ਰੱਖੋ, ਉਹਨੂੰ ਕੱਢ ਕੇ ਬਾਹਰ ਨਾ ਸਿੱਟ ਦਿਓ। ਥੋੜ੍ਹੀ ਜਿਹੀ ਹੋਰ, ਥੋੜ੍ਹੀ ਜਿਹੀ ਹੋਰ, ਫਿਰ ਭਾਂਡਾ ਜਦੋਂ ਭਰ ਗਿਆ ਉਦੋਂ ਵੇਖਿਓ ਸਤਿਗੁਰੂ ਜੀ ਕੀ ਬਖਸ਼ਿਸ਼ ਕਰਦੇ ਨੇ। ਇਸ ਕਰਕੇ ਇਹ ਗਿਆਨ ਦੇ ਡੰਡੇ ਨੇ, ਹੌਲੀ ਹੌਲੀ ਚੜ੍ਹਿਆ ਜਾਂਦਾ ਹੈ। ਇਸ ਕਰਕੇ ਨਿੰਦਿਆ ਚੁਗਲੀ ਤੋਂ ਬਚੀਏ, ਹੰਕਾਰ ਵਿਕਾਰ ਤੋਂ ਬਚੀਏ। ਵਡਿਆਈ ਵੱਡਾ ਪਾਇਆ, ਜੇ ਉਹਦੀ ਵਡਿਆਈ ਕਰੀ ਜਾਵਾਂਗੇ, ਕਰੀ ਜਾਵਾਂਗੇ। ਕਈ ਕਹਿ ਦਿੰਦੇ ਨਾਮ ਜਪਣ 'ਚ ਮਨ ਨਹੀਂ ਲੱਗਦਾ। ਨਾ ਲੱਗੇ ਸੰਗਤ ਜੀ, ਆਪਣਾ ਕੰਮ ਤੇ ਜਪਣਾ ਹੈ, ਮਨ ਲਾਉਣਾ ਤੇ ਉਹਦਾ ਕੰਮ ਹੈ। ਲਾਵੇ ਭਾਵੇਂ ਨਾ ਲਾਵੇ, ਸਾਨੂੰ ਤੇ ਹੁਕਮ ਕੇਵਲ ਤੇ ਕੇਵਲ ਨਾਮ ਜਪਣ ਦਾ ਹੈ, ਕਿ ਨਾਮ ਜਪਣਾ ਹੈ, ਉਹਦੀ ਵਡਿਆਈ ਕਰਨੀ ਹੈ। ਫਿਰ ਮਹਾਰਾਜ ਸਾਹਿਬ ਕਹਿੰਦੇ ਨੇ ਸੁਤੇ ਸਿੱਧੀ ਪ੍ਰਾਪਤੀ ਹੋ ਹੀ ਜਾਵੇਗੀ। ਜੇ ਮਨ ਨਹੀਂ ਲੱਗਦਾ, ਮਨ ਤੇ ਰੱਬ ਨੇ ਲਾਉਣਾ ਹੈ। ਜੇ ਉਹਨੇ ਆਪਦੇ ਨਾਲ ਸੁਰਤੀ ਲਵਾਉਣੀ ਤੇ ਉਹਨੇ ਆਪ ਹੀ ਲਾ ਲੈਣੀ। ਸਾਡਾ ਕੰਮ ਤੇ ਕੇਵਲ ਅਰਦਾਸ ਕਰਨੀ ਤੇ ਨਾਮ ਜਪਣਾ ਹੈ। ਇਸ ਕਰਕੇ ਦਿਨ ਰਾਤੀ ਆਰਾਧੋ ਪਿਆਰੋ, ਨਿਮਖ ਨਾ ਕੀਜੈ ਢੀਲਾ। ਦਿਨ ਤੇ ਰਾਤ ਵਾਹਿਗੁਰੂ ਨੂੰ ਜਪੀ ਜਾਓ, ਸਵਾਸ ਸਵਾਸ ਜਪੋ, ਫਿਰ ਅਵਸਥਾ ਬਣ ਜਾਵੇਗੀ। ਗੁਰਮੁਖ ਰੋਮ ਰੋਮ ਹਰਿ ਧਿਆਵੈ। 3.5 ਕਰੋੜ ਰੋਮ ਨੇ ਸਰੀਰ ਦੇ ਉੱਤੇ। ਫਿਰ ਕਹਿੰਦੇ ਨੇ ਕਿ ਹਰੇਕ ਰੋਮ ਦੇ ਵਿੱਚੋਂ ਵਾਹਿਗੁਰੂ ਗੁਰਮੰਤਰ ਦੀ ਆਵਾਜ਼ ਆਉਣ ਲੱਗ ਪੈਂਦੀ ਹੈ। ਐਸੀ ਅਵਸਥਾ ਬਣ ਜਾਂਦੀ ਹੈ। ਨਾਮ ਦੇ ਨਾਲ ਜੁੜੀਏ। ਸਮਾਂ ਸਮਾਪਤ ਹੈ। ਅਖੀਰਲੀਆਂ ਪੰਕਤੀਆਂ ਪੜ੍ਹੀਏ। ਭਾਈ ਤੂੰ ਬਖਸ਼ੀਸੀ ਅਗਲਾ, ਨਿਤ ਦੇਵਹਿ ਚੜ੍ਹੈ ਸਵਾਇਆ। ਵਡਿਆਈ ਵੱਡਾ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੇ ਪਾਰ ਬ੍ਰਹਮ, ਅਬਿਨਾਸੀ ਅਘਨਾਸ। ਹੇ ਪੂਰਨ ਹੇ ਸਰਬ ਮੈਂ, ਦੁਖ ਭੰਜਨ ਗੁਣ ਤਾਸ। ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕਾ। ਹੇ ਗੁਣ ਨਿਧਾਨ, ਹੇ ਗੋਬਿੰਦ ਹੇ ਗੁਣ ਨਿਧਾਨ। ਜਾ ਕੈ ਸਦਾ ਵਿਵੇਕਾ, ਹੇ ਅਪਰੰਪਰ ਹਰ ਹਰੀ। ਹੈ ਭੀ ਹੋ ਬਨਹਾਰ, ਹੇ ਸੰਤਹਿ ਕੈ ਸਦਾ ਸੰਗ। ਨਿਧਾਰਾ ਆਧਾਰ, ਹੇ ਠਾਕੁਰ ਹਉ ਦਾਸੁਰ। ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀਜੈ ਨਾਮ ਦਾਨ। ਰਾਖਾ ਹੀਐ ਪਰੋਏ, ਆਏ ਪ੍ਰਭ ਸਰਨਾਗਤੀ। ਕਿਰਪਾ ਨਿਧ ਦਇਆਲ, ਏਕ ਅੱਖਰ ਹਰ ਮਨ ਬਸਤ।
ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤਰੇ ਪਾਰ। ਜੋ ਸਰਦਾ ਕਰ ਸੇਵੰਦੇ, ਗੁਰ ਪਾਰੇ ਉਤਾਰਨ ਹਾਰ। ਕਥਾ ਨਿਤਾ ਪ੍ਰਤ ਹੋਤ ਹੈ, ਸੁਣੋ ਸੋ ਸਿੰਘ ਸੁਜਾਨ। ਨਾਨਕ ਗੁਰੂ ਗੋਬਿੰਦ ਸਿੰਘ ਜੀ, ਕਰਹੁ ਸਦਾ ਕਲਿਆਣ। ਨਾਨਕ ਗੁਰੂ ਗੋਬਿੰਦ ਸਿੰਘ ਜੀ, ਕਰਹੁ ਸਦਾ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਬਹਿ ਅਰਦਾਸ,